ਸ਼੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੂੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ਼੍ਰੀ ਅਰਜਨ ਬਿਘਨ ਕੇ ਨ ਸਕੈ ਬਿਘਨ ਕੇ ਨ ਸਕੈ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਹਰੋਂ ਤਹਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ ਬੰਦੋਂ ਕਰ ਅਨੁਰਾਗ ਗੁਰੂ ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੂਟਕ ਛੰਦ ਕਿਲ ਕਾਰਤ ਕੇਤਿਕ ਰੋਕ ਦਹੇ ਨਭ ਬੀਚ ਕਿਤੇ ਥਿਰ ਹੋਏ ਰਹੇ। ਬਰਖਾਵਤ ਪਾਵਕ ਕੋ ਧਰਨੀ ਜਲ ਬੀਚ ਤਰੈ ਜਿਮ ਭੈ ਤਰਨੀ। ਕਿਲ ਕਾਰਤ ਕੇਤਿਕ ਰੋਖ ਦਹੇ ਹੋਏ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗਹੁ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦਿਆਂ ਸਤਿਗੁਰੂ ਮਹਾਰਾਜ ਜਦੋਂ ਅਚਲ ਬਟਾਲੇ ਪਹੁੰਚੇ ਹਨ, ਸ਼ਿਵਰਾਤਰੀ ਦਾ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਹੈ। ਅਣਗਿਣਤ ਜੋ ਜੋਗੀ ਹਨ, ਸਿੱਧ ਹਨ, ਉਹ ਉੱਥੇ ਇਕੱਤਰ ਹੋਏ ਸਨ। ਜਦੋਂ ਸਤਿਗੁਰੂ ਮਹਾਰਾਜ ਅਚਲ ਬਟਾਲੇ ਪਹੁੰਚਦੇ, ਸਤਿਗੁਰੂ ਮਹਾਰਾਜ ਜੀ ਨੇ ਉੱਥੇ ਆਪਣਾ ਡੇਰਾ ਕਰਨਾ ਕੀਤਾ। ਆਮ ਸੰਗਤਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਏ, ਸਾਰੇ ਜੋ ਲੋਕ ਹਨ, ਲੁਕਾਈ ਜੋ ਹੈ, ਉਹਨਾਂ ਨੇ ਸਿੱਧਾਂ ਦੇ ਕੋਲ ਜਾਣਾ ਛੱਡ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆ ਗਏ। ਵਹੀਰਾਂ ਘਾਤ ਕਰਕੇ ਪਹੁੰਚਦੇ ਹਨ। ਕਈ ਰਾਗੀ ਸਿੰਘ, ਕੀਰਤਨੀਏ, ਭਗਤੀਏ ਜਿਹੜੇ, ਉਹਨਾਂ ਨੇ ਆ ਕਰਕੇ ਭਗਤੀ ਕਰਨੀ ਕੀਤੀ, ਕੀਰਤਨ ਕਰਨਾ ਕੀਤਾ। ਜੋਗੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ, ਜੋਗੀ ਉਹਨਾਂ ਨੇ ਮਤਾ ਮਤਾਇਆ, ਕਹਿੰਦੇ ਕਿ ਜੇ ਇੰਝ ਹੀ ਆਪਾਂ ਚੁੱਪ ਰਹਿ ਜਾਵਾਂਗੇ, ਸਾਡੀ ਦੁਕਾਨਦਾਰੀ ਬੰਦ ਹੋ ਜਾਵੇਗੀ, ਸਤਿਗੁਰੂ ਮਹਾਰਾਜ ਜੀ ਦਾ ਬੜਾ ਪ੍ਰਚਾਰ ਹੋਵੇਗਾ। ਚਲੋ ਆਪਾਂ ਮਹਾਰਾਜ ਜੀ ਦੇ ਨਾਲ ਚਰਚਾ ਕਰਨਾ ਕਰੀਏ, ਜਾਂ ਕਰਾਮਾਤ ਦੇ ਨਾਲ ਇਹਨਾਂ ਦੇ ਨਾਲ ਜੰਗ ਲੜਾਈ ਕਰਨਾ ਕਰੀਏ। ਇੰਜ ਅਹੰਕਾਰ ਦੇ ਵਿੱਚ ਭਰ ਕਰਕੇ, ਮਤਸਰ ਈਰਖਾ ਦੇ ਵਿੱਚ ਸਾੜਾ ਖਾ ਕਰਕੇ ਜਦੋਂ ਜੋਗੀ ਪਹੁੰਚਦੇ ਹਨ, ਅੱਗੇ ਕੀ ਤੱਕਣਾ ਕੀਤਾ ਕਿ ਭਗਤੀਆ ਜਿਹੜਾ ਕੀਰਤਨੀਆ, ਕੀਰਤਨ ਕਰਨ ਵਾਲਾ, ਉਹਦੇ ਅੱਗੇ ਮਾਇਆ ਦਾ ਲੋਟਾ ਪਿਆ ਹੋਇਆ ਹੈ, ਤੇ ਇਹਨਾਂ ਨੇ ਜਾਂਦੇ ਸਾਥ ਹੀ ਕਰਾਮਾਤ ਦੇ ਨਾਲ ਉਹ ਲੋਟਾ ਜਿਹੜਾ ਮਾਇਆ ਦਾ ਉਹਨੂੰ ਗਾਇਬ ਕਰ ਦਿੱਤਾ। ਭਗਤੀਏ ਜਿਹੜੇ ਸਨ, ਕੀਰਤਨੀਏ, ਕੀਰਤਨ ਕਰਨ ਵਾਲੇ, ਉਹਨਾਂ ਨੂੰ ਕੀਰਤਨ ਵਿਸਰ ਗਿਆ, ਭੁੱਲ ਗਿਆ, ਕਿਉਂਕਿ ਉਹਨਾਂ ਦਾ ਚਿੱਤ ਜੋ ਹੈ ਮਾਇਆ ਦੇ ਵਿੱਚ ਸੀ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਖਾਮੀ ਇਹਨਾਂ ਸਿੱਧਾਂ ਦੀ ਤੱਕਣੀ ਕੀਤੀ, ਉਸ ਵੇਲੇ ਅਚਲ ਬਟਾਲੇ ਤੋਂ 200 ਕੋਸ ਦੀ ਵਿੱਥ ਦੇ ਉੱਤੇ ਆਕਾਸ਼ ਦੇ ਵਿੱਚ ਉਹ ਮਾਇਆ ਦਾ ਲੋਟਾ ਇਹਨਾਂ ਨੇ ਲੁਕਾ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਕਰਾਮਾਤ ਦੇ ਨਾਲ ਉਹ ਮਾਇਆ ਉਹ ਲੈ ਕੇ ਆ ਕਰਕੇ ਜਦੋਂ ਉਹਨਾਂ ਦੇ ਅੱਗੇ ਰੱਖ ਦਿੱਤੀ, ਤੇ ਸਿੱਧ ਜਿਹੜੇ ਹਨ ਬਹੁਤ ਜ਼ਿਆਦਾ ਹਲੇ, ਬਹੁਤ ਜ਼ਿਆਦਾ ਇਹ ਹੌੜੇ ਹੋ ਗਏ। ਸਤਿਗੁਰੂ ਮਹਾਰਾਜ ਜੀ ਦੇ ਨਾਲ ਭੰਗਰਨਾਥ ਨੇ ਚਰਚਾ ਕੀਤੀ, ਕਿਹਾ ਕਿ ਮਹਾਰਾਜ ਤੁਸਾਂ ਨੇ ਤਾਂ ਵਧੀਆ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ, ਤੁਹਾਡਾ ਦੁੱਧ ਫੁੱਟ ਗਿਆ। ਭਾਵ ਕਿ ਪਹਿਲੇ ਤੁਸਾਂ ਨਾ ਕੀਤਾ, ਸੰਤ ਬਣ ਗਏ ਸਨ, ਹੁਣ ਉਹ ਸੰਤਾਂ ਦਾ ਚੋਲਾ ਲਾ ਕਰਕੇ ਫਿਰ ਗ੍ਰਸਤ ਦੇ ਵਿੱਚ ਚੱਲ ਗਏ, ਸੰਸਾਰੀ ਵਸਤਰਾਂ ਨੂੰ ਧਾਰਨ ਕਰਨਾ ਕੀਤਾ। ਭਾਵ ਕਿ ਉਹਨੇ ਸੰਸਾਰੀ ਗ੍ਰਸਤ ਜੀਵਨ ਦੀ ਨਿੰਦਿਆ ਕਰਨੀ ਕੀਤੀ ਹੈ। ਤੇ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜਿਸ ਤਰ੍ਹਾਂ ਦੁੱਧ ਦੇ ਵਿੱਚ ਕੋਈ ਕਾਂਜੀ ਪਾ ਦੇਵੇ, ਦੁੱਧ ਜਿਹੜਾ ਖਰਾਬ ਹੋ ਜਾਂਦਾ, ਫੁੱਟ ਜਾਂਦਾ, ਇਸ ਤਰ੍ਹਾਂ ਆਪ ਜੀ ਨੇ ਆਪਣਾ ਜੀਵਨ ਬਰਬਾਦ ਕਰ ਲਿਆ ਗ੍ਰਸਤ ਵਿੱਚ ਆ ਕਰਕੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭੰਗਰਨਾਥ ਤੂੰ ਵਿਚਾਰ ਕਰਨਾ ਕਰ, ਤੇਰੀ ਮਾਂ ਜੋ ਹੈ, ਤੇਰਾ ਪਿਤਾ ਜਿਹੜਾ ਹੈ, ਉਹਨਾਂ ਨੇ ਵੀ ਤਾਂ ਆਪਣਾ ਜੀਵਨ ਗ੍ਰਸਤ ਦੇ ਵਿੱਚ ਯਾਪਨ ਕਰਨਾ ਕੀਤਾ। ਉਹਨਾਂ ਨੇ ਗ੍ਰਸਤ ਕੀਤਾ ਤਾਂ ਕਰਕੇ ਤੇਰਾ ਜਨਮ ਹੋਇਆ, ਜੇ ਉਹ ਗ੍ਰਸਤੀ ਨਹੀਂ ਹੁੰਦੇ ਤਾਂ ਤੇਰਾ ਜਨਮ ਹੀ ਨਹੀਂ ਹੋਣਾ ਸੀ। ਇਸ ਕਰਕੇ ਜੇ ਗ੍ਰਸਤ ਜੀਵਨ ਮਾੜਾ ਹੈ ਤੇ ਤੂੰ ਸਮਝ ਲੈਣਾ ਕਰ, ਤੇਰੀ ਮਾਂ, ਤੇਰਾ ਪਿਤਾ ਜਿਹੜਾ, ਇਹ ਵੀ ਮਾੜੇ ਹਨ। ਉਹਨਾਂ ਨੇ ਗਲਤ ਕੰਮ ਕੀਤਾ ਤਾਂ ਜਾ ਕਰਕੇ ਤੇਰੀ ਉਤਪਤੀ ਹੋਈ ਹੈ। ਤੇ ਇਹ ਗੱਲ ਵੱਖਰੀ। ਹੁਣ ਦੂਜਾ ਬਚਨ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਗ੍ਰਸਤੀਆਂ ਦੀ ਨਿੰਦਿਆ ਕਰਦੇ ਹੋ, ਕਹਿੰਦੇ ਕਿ ਗ੍ਰਸਤੀ ਜਿਹੜਾ ਹੈ ਉਹ ਤਾਂ ਸਿੱਧਾ ਨਰਕਾਂ ਨੂੰ ਜਾਂਦਾ, ਠੀਕ, ਤਾਂ ਉਹਨਾਂ ਦੇ ਹੱਥੋਂ ਦਾਨ ਨਹੀਂ ਲੈਣਾ ਚਾਹੀਦਾ। ਫਿਰ ਤੁਸੀਂ ਝੋਲੀ ਅੱਡ ਕਰਕੇ ਉਹੀ ਗ੍ਰਸਤੀਆਂ ਦੇ ਕੋਲੋਂ ਮੰਗ ਕਰਕੇ ਖਾਂਦੇ। ਤੇ ਮਹਾਰਾਜ ਜੀ ਨੇ ਕਿਹਾ, ਦੇਂਦੇ ਨਰਕ, ਲੈਂਦੇ ਸਵਰਗ, ਦੇਖੋ ਇਹੋ ਧਿਨਾਣਾ, ਕਿ ਇਹ ਤਾਂ ਕਮਾਲ ਦੀ ਗੱਲ ਹੈ। ਦੇਣ ਵਾਲਾ ਦਾਤਾ ਉਹ ਨਰਕਾਂ ਨੂੰ ਜਾ ਰਿਹਾ ਹੈ, ਤੇ ਤੁਹਾਡੇ ਵਰਗੇ ਲੈਣ ਵਾਲੇ ਭਿਖਾਰੀ ਜੋ ਹਨ ਉਹ ਸਵਰਗਾਂ ਨੂੰ ਜਾ ਰਹੇ। ਇਹ ਇੰਜ ਕਿਸ ਤਰ੍ਹਾਂ ਹੋ ਸਕਦਾ?
ਤਾਂ ਪਿਆਰਿਓ ਕੋਈ ਬਚਨ ਨਹੀਂ ਆਇਆ, ਚੁੱਪ ਹੋ ਗਏ। ਤੇ ਮਹਾਰਾਜ ਜੀ ਨੂੰ ਕਹਿੰਦੇ, ਮਹਾਰਾਜ ਹੁਣ ਆਪਾਂ ਕਰਾਮਾਤ ਦੀ ਲੜਾਈ ਲੜਨਾ ਕਰੀਏ। ਤੇ ਕਹਿੰਦੇ ਅਸੀਂ ਛੁਪ ਜਾਵਾਂਗੇ, ਲੁਕ ਜਾਵਾਂਗੇ, ਤੇ ਤੁਸੀਂ ਸਾਰਿਆਂ ਨੂੰ ਫੜ ਕੇ ਲੈ ਕੇ ਆਉਣਾ। ਤੇ ਮਹਾਰਾਜ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ। ਤੇ ਇਹ ਸਾਰੇ ਦਸਾਂ ਦਿਸ਼ਾਵਾਂ ਦੇ ਵਿੱਚ ਜਦੋਂ ਦੌੜ ਗਏ, ਲੁਕ ਛੁਪ ਗਏ, ਸਤਿਗੁਰੂ ਮਹਾਰਾਜ ਜੀ ਨੇ ਜਿੰਨੇ ਇਹ ਜੋਗੀ ਸਨ ਉਹਨਾਂ ਆਪਣਾ ਸਰੀਰ, ਸੂਖਸ਼ਮ ਸਰੀਰ ਧਾਰਨ ਕਰਕੇ ਜਿੱਥੇ ਜਿੱਥੇ ਕੋਈ ਆਕਾਸ਼ ਦੇ ਵਿੱਚ, ਕੋਈ ਪਤਾਲ ਦੇ ਵਿੱਚ, ਕੋਈ ਦੱਖਣ ਪੱਛਮ ਦੇ ਵਿੱਚ, ਕੋਈ ਪੂਰਬ ਉੱਤਰ ਦੇ ਵਿੱਚ, ਦਸਾਂ ਦਿਸ਼ਾਵਾਂ ਦੇ ਵਿੱਚ ਇਹ ਜਿਹੜੇ ਲੁਕ ਗਏ ਸਨ, ਛੁਪ ਗਏ ਸਨ, ਜਿੱਥੇ ਜਿੱਥੇ ਇਹ ਜਾ ਕਰਕੇ ਲੁਕੇ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਉੱਥੋਂ ਫੜ ਕੇ ਲੈ ਕੇ ਆਉਣਾ ਕੀਤਾ। ਫਿਰ ਸਤਿਗੁਰਾਂ ਨੇ ਕਿਹਾ, ਸਿੱਧੋ ਇਹ ਹੁਣ ਤਾਂ ਅਸੀਂ ਛੁਪਦੇ ਹਾਂ ਤੇ ਤੁਸੀਂ ਸਾਨੂੰ ਫੜ ਕੇ ਲੈ ਕੇ ਆਓ। ਜੇ ਸਾਡੀ ਪ੍ਰਾਪਤੀ ਨਹੀਂ ਹੋਵੇਗੀ ਤਾਂ ਇੱਕ ਟਕਾ ਅੱਗੇ ਰੱਖ ਕਰਕੇ ਅਰਦਾਸ ਕਰਨਾ ਕਰੋ, ਬੇਨਤੀ ਕਰਨਾ ਕਰੋ। ਅਰਦਾਸ ਬੇਨਤੀ ਕਰਕੇ ਮੱਥਾ ਟੇਕੋਗੇ, ਅਸੀਂ ਜਹਾਂ ਤਹਾਂ ਮੌਜੂਦ ਆ, ਅਸੀਂ ਉੱਥੇ ਮੌਜੂਦ ਹੋ ਜਾਣਾ ਹੈ। ਤੇ ਫਿਰ ਸਿੱਧਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਲੱਭਣ ਦਾ ਯਤਨ ਕੀਤਾ। ਸਤਿਗੁਰੂ ਮਹਾਰਾਜ ਜੀ ਨੇ 5 ਤੱਤ ਜੋ ਹਨ ਸਰੀਰ ਦੇ, ਉਹ ਤੱਤਾਂ ਦੇ ਵਿੱਚ ਮਿਲਾ ਦਿੱਤੇ ਤੇ ਜੋਤ ਜਿਹੜੀ ਹੈ ਪ੍ਰਮਾਤਮਾ ਦੇ ਵਿੱਚ ਮਿਲਾ ਦਿੱਤੀ ਹੈ। ਆਤਮਾ ਪ੍ਰਮਾਤਮਾ ਦੇ ਵਿੱਚ 5 ਤੱਤਾਂ ਦੇ ਵਿੱਚ ਜਦੋਂ ਵਿਲੀਨ ਕਰ ਦਿੱਤੇ, ਇਹ ਜੋਗੀ, ਇਹ ਸਿੱਧ ਲੱਭ ਕਰਕੇ ਥੱਕ ਗਏ, ਮਹਾਰਾਜ ਜੀ ਦੀ ਪ੍ਰਾਪਤੀ ਨਹੀਂ ਹੋਈ। ਅਖੀਰ ਨੂੰ ਪਿਆਰਿਓ ਫਿਰ ਹਾਰ ਕਰਕੇ ਇਹਨਾਂ ਨੇ ਕੀ ਕਰਨਾ ਕੀਤਾ, ਇੱਕ ਟਕਾ ਮਾਇਆ ਰੱਖ ਕੇ ਜਦੋਂ ਅਰਦਾਸ ਕੀਤੀ, ਬੇਨਤੀ ਕੀਤੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਆਪ ਜੀ ਸਰਬ ਕਲਾ ਸਮਰਾਟ ਸਤਿਗੁਰੂ ਮਹਾਰਾਜ ਜੀ ਨੂੰ ਭਾਈ ਆਪਾਂ ਕਰਾਮਾਤ ਦੇ ਨਾਲ ਵੀ ਨਹੀਂ ਹਰਾ ਸਕਦੇ ਆ, ਲੇਕਿਨ ਇਹ ਜੋ ਲੋਕ ਹਨ, ਚਲੋ ਇਹਨਾਂ ਨੂੰ ਆਪਾਂ ਭੈਭੀਤ ਕਰਨਾ ਕਰੀਏ, ਇਹਨਾਂ ਨੂੰ ਆਪਾਂ ਡਰ ਦਿਖਾਉਣਾ ਕਰੀਏ। ਜੇ ਇਹ ਡਰ ਗਏ ਨਾ ਤੇ ਇਹਨਾਂ ਨੇ ਭੱਜ ਜਾਣਾ ਤੇ ਦੁਬਾਰਾ ਇਹਨਾਂ ਨੇ ਸਾਡੇ ਕੋਲ ਆ ਜਾਣਾ। ਹੁਣ ਆਮ ਜੋ ਪਬਲਿਕ ਸੀ ਉੱਥੇ ਜੋ ਮੇਲਾ ਵੇਖਣ ਵਾਸਤੇ ਆਏ ਸਨ, ਉਹਨਾਂ ਨੂੰ ਭੈਭੀਤ ਕਰਨ ਵਾਸਤੇ, ਉਹਨਾਂ ਨੂੰ ਡਰਾਉਣ ਦੇ ਵਾਸਤੇ ਇਹ ਜੋਗੀ ਲੋਕ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਵਰਤ ਰਹੇ ਹਨ। ਕੋਈ ਸ਼ੇਰ ਬਣ ਗਿਆ, ਕੋਈ ਬਘਿਆੜ ਬਣ ਗਿਆ, ਕੋਈ ਆਕਾਸ਼ ਦੇ ਵਿੱਚ ਉਡਾਰ ਸਹਿਤ ਉਚਾਰਨ ਕਰਨਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਟਕ ਛੰਦ ਕਿਲਕਾਰਤ ਕੇਤਿਕ ਰੋਖ ਦਹੇ। ਕਈ ਜੋ ਜੋਗੀ ਹਨ, ਉਹਨਾਂ ਨੇ ਆਮ ਸੰਗਤਾਂ ਨੂੰ ਡਰਾਉਣ ਦੇ ਵਾਸਤੇ, ਉਹਨਾਂ ਨੇ ਈਰਖਾ ਦੇ ਸਾੜੇ ਦੇ ਵਿੱਚ ਆ ਕਰਕੇ, ਗੁੱਸਾ ਖਾ ਕਰਕੇ ਬਹੁਤ ਭਿਆਨਕ ਉਹਨਾਂ ਨੇ ਚੀਕਾਂ ਮਾਰਨੀਆਂ ਕੀਤੀਆਂ। ਕਈ ਜੋਗੀ ਜਿਹੜੇ ਪਿਆਰਿਓ ਅਸਮਾਨ ਤੇ ਚੜ ਗਏ, ਅਸਮਾਨ ਤੇ ਚੜ ਕਰਕੇ ਉਹਨਾਂ ਨੇ ਉੱਥੇ ਥਿਰ ਹੋਣਾ ਕੀਤਾ, ਇੱਕ ਥਾਂ ਤੇ ਚੌਕੜਾ ਮਾਰ ਕਰਕੇ ਆਕਾਸ਼ ਮੰਡਲ ਦੇ ਵਿੱਚ ਬੈਠ ਗਏ ਹਨ। ਵਰਖਾਵਤ ਪਾਵਕ ਕੋ ਧਰਨੀ। ਕੋਈ ਕੀ ਕਰ ਰਿਹਾ, ਜੋਗੀ ਆਕਾਸ਼ ਦੇ ਵਿੱਚ ਚੜ ਕਰਕੇ ਅਗਨੀ ਦੀ ਵਰਖਾ ਕਰ ਰਿਹਾ। ਆਪਾਂ ਵੇਖਦੇ ਹਾਂ ਜਲ ਦੀ ਵਰਖਾ ਹੁੰਦੀ ਹੈ, ਆਕਾਸ਼ ਦੇ ਵਿੱਚੋਂ ਬਰਫ਼ ਦੀ ਵਰਖਾ ਹੁੰਦੀ ਹੈ, ਗੜਿਆਂ ਦੀ ਵਰਖਾ ਹੁੰਦੀ ਹੈ। ਤੇ ਇਹਨਾਂ ਨੇ ਲੋਕਾਂ ਨੂੰ ਡਰਾਉਣ ਵਾਸਤੇ ਇਹ ਇੱਕ ਪਿਆਰਿਓ ਜਾਦੂ ਟੂਣਾ ਜਿਹਨੂੰ ਆਪਾਂ ਬੋਲਦੇ ਨਾ, ਅਡੰਬਰ ਜਿਹੜਾ ਹੈ, ਇਹ ਇਹੋ ਜਿਹਾ ਇਹਨਾਂ ਨੇ ਸਵਾਂਗ ਰਚਨਾ ਕੀਤਾ, ਇਹੋ ਜਿਹਾ ਜਾਦੂ ਟੋਣਾ ਕੀਤਾ। ਕੋਈ ਆਕਾਸ਼ ਤੇ ਚੜ ਕਰਕੇ ਅੱਗ ਨੂੰ ਸੁੱਟ ਰਿਹਾ ਧਰਤੀ ਤੇ। ਜਲ ਬੀਚ ਤਰੈ ਜਿਮ ਵੈ ਤਰਨੀ। ਜਿਸ ਤਰ੍ਹਾਂ ਕਿ ਜਲ ਦੇ ਵਿੱਚ ਤਰਨੀ ਜਿਹੜੀ ਹੈ, ਨੌਕਾ ਬੇੜਾ ਤਰਦਾ ਨਾ, ਕੋਈ ਇਸ ਤਰ੍ਹਾਂ ਜਲ ਦੇ ਵਿੱਚ ਜਿਸ ਤਰ੍ਹਾਂ ਬੇੜਾ ਤਰਦਾ ਸੁਖੈਨ ਤਰੀਕੇ ਦੇ ਨਾਲ,
ਇਸ ਤਰ੍ਹਾਂ ਉਹ ਪਾਣੀ ਦੇ ਵਿੱਚ ਤਰ ਕਰਕੇ ਜਾ ਰਹੇ ਹਨ, ਪਾਣੀ ਦੇ ਉੱਤੇ ਚੱਲ ਰਹੇ। ਲਘ ਰੂਪ ਕਿਤੇ ਦਰਸਾਏ ਨਹੀਂ। ਕਈਆਂ ਨੇ ਆਪਣਾ ਸਰੂਪ ਬਹੁਤ ਲਘੂ ਭਾਵ ਕੇ ਬਹੁਤ ਛੋਟਾ ਕਰਨਾ ਕੀਤਾ, ਉਹ ਅੱਖਾਂ ਦੀ ਨਜ਼ਰ ਦੇ ਵਿੱਚੋਂ ਨਹੀਂ ਆ ਰਹੇ। ਨਿਜ ਮੰਤਰਨ ਜੰਤਰ ਕਰੰਤ ਸਹੀ। ਇਸ ਤਰ੍ਹਾਂ ਕੋਈ ਆਪਣੇ ਮੰਤਰਾਂ ਨੂੰ, ਆਪਣੇ ਜੰਤਰਾਂ ਨੂੰ ਸਹੀ ਕਰ ਰਿਹਾ ਹੈ, ਕੋਈ ਤਰ੍ਹਾਂ ਤਰ੍ਹਾਂ ਦਾ ਮੰਤਰਾਂ ਦਾ ਉਚਾਰਨ ਕਰ ਰਿਹਾ। ਬਹੁ ਲੋਕ ਬਿਖੈ ਬੜ ਭੀਰ ਜਹਾਂ। ਇਸ ਤਰ੍ਹਾਂ ਪਿਆਰਿਓ ਬਹੁਤ ਸਾਰੇ ਲੋਕ ਸਨ। ਸ਼ਿਵਰਾਤਰੀ ਦਾ ਵੱਡਾ ਮੇਲਾ ਲੱਗਿਆ ਹੋਇਆ ਹੈ, ਲੋਕਾਂ ਦੀ ਗਿਣਤੀ ਬਹੁਤ ਜ਼ਿਆਦੀ ਹੈ, ਬਹੁਤ ਵੱਡੀ ਭੀੜ ਹੈ। ਸਭ ਕੋ ਡਰ ਪਾਵਹਿ ਦੇਖਤਾ ਹਾਂ। ਸਾਰਿਆਂ ਨੂੰ ਇਹਨਾਂ ਨੇ ਡਰ ਦੇਣਾ ਕੀਤਾ, ਭੈਭੀਤ ਕਰਨਾ ਕੀਤਾ, ਕਿਉਂਕਿ ਪਿਆਰਿਓ ਇਹ ਵੀ ਤਾਂ ਇੱਕ ਬਹੁਤ ਵੱਡਾ ਸ਼ੋਸ਼ਣ ਹੈ ਧਰਮ ਦੇ ਨਾਂ ਤੋਂ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਅਸਲੀ ਧਾਰਮਿਕ ਉਹ ਹੈ ਜਿਹੜਾ ਪੈ ਕਾਹੂ ਕਉ ਦੇਤ ਨਹਿ, ਨਹਿ ਪੈ ਮਾਨਤ ਆਨ। ਅਸਲੀ ਧਾਰਮਿਕ ਬੰਦਾ ਪਿਆਰਿਓ ਉਹ ਹੈ, ਉਹ ਕਿਸੇ ਨੂੰ ਡਰ ਦਿੰਦਾ ਨਹੀਂ ਹੈ, ਤੇ ਭਾਵੇਂ ਕੋਈ ਜਿੰਨਾ ਮਰਜੀ ਵੱਡਾ ਹੋਵੇ ਉਹਦਾ ਪਹਿ ਮੰਨਦਾ ਵੀ ਨਹੀਂ ਹੁੰਦਾ, ਕਿਉਂਕਿ ਉਹ ਨਿਰਭਉ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਉਹ ਨਿਰਭਉ ਦਾ ਜਾਪ ਕਰਕੇ ਉਹ ਨਿਰਭੀਕ ਬਣ ਜਾਂਦੇ ਹਨ। ਕਈ ਪਿਆਰਿਓ ਜਿਹੜੇ ਬੁਜ਼ਦਿਲ ਹੁੰਦੇ, ਉਹ ਕੀ ਕਰਦੇ, ਲੋਕਾਂ ਨੂੰ ਆਪਣੇ ਮਗਰ ਲਾਉਣ ਦੇ ਵਾਸਤੇ ਉਹ ਡਰ ਦਾ ਸਹਾਰਾ ਲੈਂਦੇ ਹਨ। ਲੋਕਾਂ ਨੂੰ ਭੈਭੀਤ ਕਰਨਾ, ਲੋਕਾਂ ਨੂੰ ਡਰਾਉਣਾ, ਕਹਿਣਾ ਕਿ ਭਾਈ ਸਾਡੀ ਮੰਨੋ, ਜੇ ਨਹੀਂ ਮੰਨੋਗੇ ਮੈਂ ਤੁਹਾਨੂੰ ਸ਼ਰਾਬ ਦੇ ਦੇਵਾਂਗਾ, ਮੈਂ ਤੁਹਾਡਾ ਬੇੜਾ। ਇਹੀ ਤਾਂ ਪ੍ਰਚਾਰ ਕਰਦੇ ਕਿ ਨਹੀਂ ਭਾਈ ਉਹ ਜੋ ਮਰਜ਼ੀ ਕਰਦਾ ਨਾ ਕਰਨ ਦਿਓ, ਉਹਨੂੰ ਜੇ ਤੁਸੀਂ ਬੋਲੋਗੇ ਪਤਾ ਨਹੀਂ ਉਹਦੀ ਕਰੋ ਮਾਰ ਦੇਣਾ, ਤੁਸੀਂ ਖਤਮ ਹੋ ਜਾਓਗੇ, ਮਰ ਜਾਓਗੇ, ਸਾਨੂੰ ਕੀ ਲੈਣਾ ਦੇਣਾ ਹੈ। ਤੇ ਇਸ ਤਰ੍ਹਾਂ ਡਰਾ ਧਮਕਾ ਕਰਕੇ, ਲੋਕਾਂ ਨੂੰ ਭੈਭੀਤ ਕਰਕੇ, ਕਈ ਜਿਹੜੇ ਹਨ ਸਾਧੂ ਸੰਤਾਂ ਨੇ, ਪਖੰਡੀਆਂ ਨੇ ਆਪਣੇ ਮਗਰ ਜਿਹੜੇ ਲੋਕਾਂ ਨੂੰ ਲਾਉਣਾ ਕੀਤਾ। ਇਹੀ ਤਾਂ ਡਰ ਹੁੰਦਾ। ਕਈਆਂ ਨੂੰ ਪਿਆਰਿਓ ਆਪਣੀ ਸ਼ਕਤੀ ਦਾ ਬਹੁਤ ਜ਼ਿਆਦਾ ਮਾਣ ਹੁੰਦਾ, ਉਹ ਕਹਿੰਦੇ ਕਿ ਭਾਈ ਮੇਰੇ ਆਖੇ ਨਹੀਂ ਲੱਗੇਗਾ, ਦੇਖ ਮੇਰੇ ਕਿੰਨੇ ਚੇਲੇ ਬਾਲ ਕੇ ਹਨ, ਉਹਨਾਂ ਤੋਂ ਫੜਵਾ ਕਰਕੇ ਤੈਨੂੰ ਮੈਨੇ ਮਾਰ ਦੇਣਾ ਹੈ, ਤੈਨੂੰ ਮੈਨੇ ਖਤਮ ਕਰ ਦੇਣਾ। ਕਈ ਡਰ ਜਾਂਦੇ ਹਨ। ਕਈ ਆਇਆ ਜਾਂਦਾ ਕਿ ਮੰਤਰ ਮਾਰ ਦੇਵਾਂਗੇ, ਤੇਰੀ ਅਰਦਾਸ ਕਰ ਦੇਵਾਂਗੇ, ਤੂਨੇ ਖਤਮ ਹੋ ਜਾਣਾ ਹੈ। ਇਸ ਤਰ੍ਹਾਂ ਇਹਨਾਂ ਜੋਗੀਆਂ ਨੇ ਇਹਨਾਂ ਲੋਕਾਂ ਨੂੰ ਡਰਾਇਆ ਕਿ ਇਹ ਜੇ ਡਰ ਜਾਣਗੇ ਤਾਂ ਖੁਦ ਬਾ ਖੁਦ ਸਾਡੀ ਸ਼ਰਨ ਵਿੱਚ ਆ ਜਾਣਗੇ, ਸਾਨੂੰ ਇਹਨਾਂ ਨੇ ਮਾਇਆ ਭੇਟ ਕਰਨੀ ਹੈ। ਦੋਹਰਾ ਦੇਖ ਸਰੂਪ ਭਿਆਨਕੰ, ਡਰ ਪੇ ਲੋਕ ਵਿਸਾਰ। ਇਸ ਤਰ੍ਹਾਂ ਇਹਨਾਂ ਦਾ ਭਿਆਨਕ ਸਰੂਪ, ਵਿਕਰਾਲ ਸਰੂਪ ਇਹਨਾਂ ਦਾ ਵੇਖ ਕਰਕੇ ਆਮ ਜੋ ਲੋਕ ਸਨ ਉਹ ਬਹੁਤ ਜ਼ਿਆਦਾ ਭੈਭੀਤ ਹੋ ਗਏ। ਇਤ ਉਤ ਤੱਕੈ ਪਲਾਇਨੰ, ਧੀਰਜ ਦਈ ਕਿਰਪਾ। ਤੇ ਵੇਖ ਕਰਕੇ ਡਰਦੇ ਹਨ, ਕੋਈ ਸੱਜੇ ਨੂੰ ਦੌੜ ਰਿਹਾ, ਕੋਈ ਖੱਬੇ ਨੂੰ ਦੌੜ ਰਿਹਾ। ਇਹਨਾਂ ਨੂੰ ਇੰਜ ਪ੍ਰਤੀਤ ਹੋ ਰਿਹਾ ਆ ਜਿਹੜਾ ਜੋਗੀ ਸ਼ੇਰ ਬਣ ਗਿਆ, ਮਤਾ ਕਿਤੇ ਆ ਕਰਕੇ ਸਾਨੂੰ ਨਾ ਖਾ ਜਾਵੇ। ਇਹ ਜਿਹੜਾ ਜੋਗੀ ਅੱਗ ਦੀ ਵਰਖਾ ਕਰ ਰਿਹਾ, ਇੱਕ ਬੰਬ ਗੋਲਾ ਮੇਰੇ ਉੱਤੇ ਸੁੱਟ ਦਿੱਤਾ, ਮੈਨੇ ਵੀ ਸੜ ਕੇ ਸਵਾਹ ਹੋ ਜਾਣਾ ਹੈ। ਇਸ ਤਰ੍ਹਾਂ ਲੋਕਾਂ ਨੂੰ ਆਪੋ ਆਪਣੀ ਪੈ ਗਈ, ਕੋਈ ਸੱਜੇ ਕੋਈ ਖੱਬੇ, ਜਿਹਨੂੰ ਜਿੱਥੇ ਰਾਹ ਲੱਭ ਰਿਹਾ ਉੱਥੇ ਦੌੜ ਰਿਹਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਵੇਖਿਆ, ਤੱਕਿਆ ਕਿ ਭਾਈ ਸਾਰੇ ਲੋਕ ਬਹੁਤ ਜ਼ਿਆਦਾ ਭੈਭੀਤ ਹੋ ਗਏ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਧੀਰਜ ਦਿੱਤੀ ਹੈ, ਉਹਨਾਂ ਦਾ ਹੌਸਲਾ ਵਧਾਇਆ। ਗੁਰੂ ਅਜਿੱਤੇ ਸੋ ਕਹਿਓ, ਸਭ ਨਰਕੇ ਚਹੁ ਫੇਰ। ਸਤਿਗੁਰੂ ਮਹਾਰਾਜ ਜੀ ਨੇ ਭਾਈ ਅਜਿੱਤਾ ਜਿਹੜਾ ਹੈ, ਮਹਾਰਾਜ ਜੀ ਦੇ ਇਸ ਯਾਤਰਾ ਦੇ ਵਿੱਚ ਸਨ। ਇਹਨਾਂ ਤੋਂ ਇਲਾਵਾ ਔਰ ਵੀ ਕਈ ਗੁਰੂ ਕੇ ਸਿੱਖ ਸਨ, ਤੇ ਵਿਸ਼ੇਸ਼ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਅਜਿੱਤਾ ਰੰਧਾਵਾ ਉਹਦੇ ਤਾਂ ਹੀ ਬਚਨ ਕਰਨਾ ਕੀਤਾ। ਉੱਠ ਕੇ ਕਰਦੇ ਕਾਰ ਤੂੰ, ਵਾਹਿਗੁਰੂ ਮੁਖ ਟੇਰ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਅਜਿੱਤਿਆ ਆ ਭਾਈ ਆ ਇੱਕ ਲਕੀਰ ਜਿਹੜੀ ਹੈ ਲੱਕੜ ਲੈ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਆ ਸੰਗਤ ਜਿੱਥੇ ਬੈਠੀ ਹੋਈ ਹੈ ਨਾ, ਜਿੱਥੇ ਆ ਮੇਲਾ ਲੱਗਿਆ ਹੋਇਆ, ਇਹਦੇ ਬਾਰ-ਬਾਰ ਜਾ ਕਰਕੇ ਇੱਕ ਲਕੀਰ ਜਿਹੜੀ ਹੈ ਤੂੰ ਖਿੱਚ ਦੇਣਾ ਕਰ, ਤੇ ਨਾਲ ਯਾਦ ਰੱਖ, ਤੇ ਜਦੋਂ ਲਕੀਰ ਖਿੱਚੇਗਾ ਵਾਹਿਗੁਰੂ 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 ਦਾ ਜਾਪ ਕਰਨਾ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਤੂੰ ਲਕੀਰ ਜਿਹੜੀ ਹੈ ਤੂੰ ਖਿੱਚਣਾ ਕਰ।
ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਨਾ, ਜਿਹੜੇ ਗੁਰੂ ਕੇ ਪਿਆਰੇ ਹੁੰਦੇ ਤਾਂ ਫਿਰ ਚੌਗਿਰਦ ਹਮਾਰੇ ਰਾਮਕਾਰ, ਦੁਖ ਲਗੈ ਨਾ ਭਾਈ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁਖ ਲਗੈ ਨਾ ਭਾਈ। ਤੇ ਉਹਨਾਂ ਨੂੰ ਤਤੀ ਵਾਹ ਵੀ ਨਹੀਂ ਲੱਗਦੀ ਹੈ ਜਿਹੜੇ ਪਾਰ ਬ੍ਰਹਮ ਦੀ ਸ਼ਰਨ ਵਿੱਚ ਚੱਲ ਜਾਂਦੇ ਹਨ। ਚੌਗਿਰਦ ਹਮਾਰੇ ਰਾਮਕਾਰ, ਰਾਮ ਦਾ ਮਤਲਬ ਕਿ ਪਰਮਾਤਮਾ ਦੇ ਨਾਮ ਦੀ ਕਾਰ, ਵਾਹਿਗੁਰੂ ਦੀ ਕਾਰ ਸਦਾ ਸਾਡੇ ਨਾਲ ਹੈ। ਭਾਵੇਂ ਜਿੰਨਾ ਮਰਜੀ ਦੁੱਖ ਆਵੇਗਾ, ਉਹ ਦੁੱਖ ਜਿਹੜਾ ਕਾਰ ਲਕੀਰ ਤੋਂ ਪਰਾਂ ਰਹਿ ਜਾਵੇਗਾ, ਉਹਨੇ ਲਕੀਰ ਨੂੰ ਨਹੀਂ ਟੱਪਣਾ ਹੈ। ਕਈ ਵਾਰੀ ਗੁਰੂ ਕੇ ਪਿਆਰੇ ਜਿਹੜੇ ਹੁੰਦੇ ਹਨ, ਸੇਵਾ ਸਿਮਰਨ ਭਜਨ ਬੰਦਗੀ ਕਰਨ ਵਾਲੇ, ਕਈ ਵਾਰੀ ਪਿਆਰਿਓ ਬਹੁਤ ਜ਼ਿਆਦੀ ਬਿਪਤਾ ਆ ਜਾਂਦੀ ਹੈ, ਲੇਕਿਨ ਬਿਪਤਾ ਆ ਕਰਕੇ ਬਸ ਦੂਰੋਂ ਹੀ ਉਹਨਾਂ ਨੂੰ ਸਪਰਸ਼ ਕਰਕੇ ਚੱਲ ਜਾਂਦੀ, ਭਾਵ ਕਿ ਉਹਨਾਂ ਤੱਕ ਉਹ ਹਾਵੀ ਨਹੀਂ ਹੁੰਦੀ ਹੈ, ਕਿਉਂਕਿ ਔਰਾ ਇਹੋ ਜਿਹਾ ਹੁੰਦਾ। ਇਹਨੂੰ ਹੀ ਤਾਂ ਆਪਾਂ ਕਹਿੰਦੇ ਨਾ ਸ਼ਹੀਦ ਸਿੰਘਾਂ ਦਾ ਪਹਿਰਾ। ਕਈ ਵਾਰੀ ਆਪਾਂ ਕਹਿ ਦਿੰਦੇ ਕਿ ਭਾਈ ਸਾਨੂੰ ਕੋਈ ਡਰ ਨਹੀਂ ਹੈ, ਸ਼ਹੀਦ ਸਿੰਘਾਂ ਦਾ ਪਹਿਰਾ ਹੈ। ਇਹੀ ਹੈ ਪਿਆਰਿਓ, ਜਦੋਂ ਆਪਾਂ ਸਿਮਰਨ ਕਰਦੇ ਆ, ਉਹ ਰਾਮ ਦੀ ਕਾਰ ਜਿਹੜੀ ਹੈ, ਵਾਹਿਗੁਰੂ ਦੀ ਕਾਰ ਸਾਡੇ ਇਰਦ ਗਿਰਦ ਹੁੰਦੀ। ਬੇਸ਼ੱਕ ਦੁੱਖ ਤਾਂ ਬਹੁਤ ਜ਼ਿਆਦਾ ਆਉਂਦੇ ਹਨ, ਤਕਲੀਫਾਂ ਬਹੁਤ, ਕਿ ਰਮਾਇਣ ਨੂੰ ਜਦੋਂ ਆਪਾਂ ਪੜ੍ਹਦੇ ਆ, ਰਾਮਚੰਦਰ ਜੀ ਜਦੋਂ ਪਿਆਰਿਓ ਬੈਠੇ ਹੋਏ ਸਨ ਕੁਟੀਆ ਦੇ ਵਿੱਚ, ਤੇ ਰਾਵਣ ਨੇ ਕੀ ਕਰਨਾ ਕੀਤਾ, ਛਲ ਬਲ ਕਰਨਾ ਕੀਤਾ। ਇੱਕ ਮਰੀਚ ਨਾਮਕ ਜਿਹੜਾ ਰਾਖਸ਼ ਜਿਹੜਾ ਸੀ, ਉਹਨੂੰ ਕਹਿ ਦਿੱਤਾ ਕਿ ਤੂੰ ਸੋਨੇ ਦਾ ਹਿਰਨ ਬਣ ਜਾ। ਉਹ ਜਦੋਂ ਸੋਨੇ ਦਾ ਹਿਰਨ ਬਣ ਕਰਕੇ ਅੱਗੋਂ ਦੀ ਲੰਘਿਆ, ਸੀਤਾ ਨੇ ਵੇਖ ਕਰਕੇ ਕਿ ਆ ਰਾਮ ਜੀ ਨੂੰ ਕਹਿੰਦੀ ਹੈ ਕਿ ਆ ਸੋਨੇ ਦਾ ਹਿਰਨ ਜਿਹੜਾ ਹੈ ਉਹ ਮੈਨੂੰ ਲੈ ਕੇ ਆਓ। ਰਾਮਚੰਦਰ ਜੀ ਨੇ ਬਥੇਰਾ ਸਮਝਾਇਆ, ਕਿਹਾ ਕਿ ਸੀਤਾ ਇਸ ਤਰ੍ਹਾਂ ਨਹੀਂ ਹੋ ਸਕਦਾ, ਸੋਨੇ ਦਾ ਹਿਰਨ ਕਿਸ ਤਰ੍ਹਾਂ ਹੋਵੇਗਾ, ਲੇਕਿਨ ਪਿਆਰੀ ਕੋ ਆਏ ਸਮੇਟ ਸਕੈ ਨਹਿ, ਕਿਉਂਕਿ ਉਹਨਾਂ ਦੇ ਨਾਲ ਪਿਆਰ ਜੋ ਸੀ ਬਹੁਤ ਜ਼ਿਆਦਾ, ਉਹਦਾ ਬਚਨ ਮੋੜ ਨਹੀਂ ਸਕੇ। ਉਹਨੇ ਕਿਹਾ ਜਾਓ, ਜੋ ਮਰਜ਼ੀ ਹੋਵੇ ਉਹਦਾ ਸ਼ਿਕਾਰ ਕਰਕੇ ਲੈ ਕੇ ਆਓ। ਰਾਮਚੰਦਰ ਜੀ ਚੱਲ ਗਏ ਸ਼ਿਕਾਰ ਕਰਨ ਵਾਸਤੇ। ਦੂਜੇ ਪਾਸੇ ਮਾਇਆਵੀ ਜੋ ਰਾਖਸ਼ ਸਨ, ਇਹਨਾਂ ਨੇ ਕਹਿ ਦਿੱਤਾ, ਹੇ ਲਖਬੀਰ ਉਬਾਰ ਲੈ ਮੌਕਾ ਹੋ, ਰਾਮ ਦੀ ਆਵਾਜ਼ ਦੇ ਵਿੱਚ, ਕਿ ਐ ਮੇਰੇ ਛੋਟੇ ਭਰਾ ਲਕਸ਼ਮਣ, ਮੈਂ ਬਿਪਤਾ ਦੇ ਵਿੱਚ ਫਸ ਗਿਆ, ਤੂੰ ਆ ਕਰਕੇ ਮੈਨੂੰ ਬਚਾਉਣਾ ਕਰ। ਤਾਂ ਫਿਰ ਲక్ష్మణ ਉਹ ਬੜਾ ਭੈਭੀਤ ਹੋਇਆ, ਤੇ ਸੀਤਾ ਨੇ ਕਿਹਾ, ਦੇਖ ਭਾਈ ਤੇਰਾ ਭਰਾ ਆਵਾਜ਼ ਮਾਰ ਰਿਹਾ, ਤੂੰ ਜਾ ਕਰਕੇ ਉਹਦੀ ਰਾਖੀ ਕਰਨਾ ਕਰ। ਲక్ష్మణ ਜੀ ਕਹਿਣ ਲੱਗੇ ਕਿ ਨਹੀਂ, ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ, ਕਿਉਂਕਿ ਵੱਡੇ ਭਰਾ ਦਾ ਹੁਕਮ ਹੈ, ਜੋ ਮਰਜ਼ੀ ਹੋ ਜਾਵੇ ਤੇਰਾ ਸਾਥ ਨਹੀਂ ਛੱਡਣਾ, ਤੇ ਇਹ ਜੰਗਲ ਹੈ, ਹੋ ਸਕਦਾ ਕੋਈ ਇਹ ਮਾਇਆਵੀ ਰਾਖਸ਼ ਦੀ ਕੋਈ ਚਾਲ ਹੋਵੇਗੀ। ਲੇਕਿਨ ਸੀਤਾ ਨੇ ਜਦੋਂ ਜਿੱਦ ਕਰਨਾ ਕੀਤਾ, ਤਾਂ ਲక్ష్మణ ਜੀ ਜਦੋਂ ਗਏ ਤਾਂ ਉਹਨਾਂ ਨੇ ਪਿਆਰਿਓ ਇੱਕ ਕਾਰ ਕੱਢ ਦਿੱਤੀ ਹੈ, ਰਾਮ ਨਾਮ ਦੀ ਕਾਰ ਕੱਢ ਦਿੱਤੀ। ਉਹ ਇੰਨੀ ਕਾਰ ਇਹ ਸੀ, ਉਹਦੇ ਵਿੱਚ ਇੰਨਾ ਜ਼ਿਆਦਾ ਬਲ ਸੀ, ਸ਼ਕਤੀ ਸੀ। ਆਪ ਜਦੋਂ ਰਾਵਣ ਇੰਨਾ ਵੱਡਾ ਮਹਾਬਲੀ, ਉਹ ਵੀ ਜਦੋਂ ਆਇਆ ਤੇ ਉਹ ਵੀ ਉਹ ਕਾਰ ਨੂੰ ਲੰਘ ਨਹੀਂ ਸਕਿਆ। ਜਦੋਂ ਕਾਰ ਦੇ ਲਾਗੇ ਜਾਂਦਾ ਤੇ ਇੱਕਦਮ ਉਹਨੂੰ ਫਟਕਾਰ ਕਰਕੇ ਮਾਰਦੀ ਸੀ ਕਾਰ। ਤਾਂ ਫਿਰ ਪਿਆਰਿਓ ਉਹਨੇ ਸਾਧੂ ਦਾ ਰੂਪ ਧਾਰਨ ਕਰਨਾ ਕੀਤਾ, ਭਿੱਖਿਆ ਮੰਗਣੀ ਕੀਤੀ। ਆਪ ਤਾਂ ਨਹੀਂ ਆਇਆ, ਸੀਤਾ ਨੇ ਜਦੋਂ ਉਹ ਕਾਰ ਨੂੰ ਲੰਘਿਆ ਉਸੇ ਵੇਲੇ ਉਹਨੂੰ ਫੜ ਕੇ ਲੈ ਕੇ ਚੱਲ ਗਿਆ। ਤੇ ਇਹ ਜੋ ਕਾਰ ਹੈ, ਮਹਾਰਾਜ ਜੀ ਨੇ ਕਿਹਾ, ਇਸ ਤਰ੍ਹਾਂ ਹੀ ਜੋ ਭਗਤ ਹੁੰਦੇ ਹਨ, ਪਰਮਾਤਮਾ ਦੇ ਪਿਆਰੇ ਹੁੰਦੇ ਹਨ, ਸਦਾ ਪਰਮਾਤਮਾ ਦੀ ਕਿਰਪਾ ਰੂਪੀ ਕਾਰ ਉਹਨਾਂ ਦੇ ਇਰਦ ਗਿਰਦ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਅੱਜ ਆਪਣੇ ਬਟਾਲੇ ਦੇ ਵਿੱਚ, ਅਚਲ ਬਟਾਲੇ ਦੇ ਵਿੱਚ ਮੇਲਾ ਲੱਗਿਆ ਹੋਇਆ ਸੀ, ਭਾਈ ਅਜੀਤੇ ਨੂੰ ਕਹਿ ਕਰਕੇ ਵਾਹਿਗੁਰੂ ਦਾ ਜਾਪ ਕਰਵਾ ਕਰਕੇ ਕਾਰੀ ਕਢਾਉਣੀ ਕੀਤੀ। ਦੁਬਈਆ ਛੰਦ ਉਠਿਓ ਅਜੀਤਾ ਕੀਨੀ ਕਾਰ। ਇਸ ਤਰ੍ਹਾਂ ਉੱਠ ਕਰਕੇ ਭਾਈ ਅਜੀਤੇ ਨੇ ਇੱਕ ਲੱਕੜ ਲੈ ਕਰਕੇ ਜਾਂ ਕੋਈ ਇਸ ਤਰ੍ਹਾਂ ਦਾ ਚੂਨਾ ਆਦਿਕ ਲੈ ਕਰਕੇ ਉਹਨੇ ਵਾਹਿਗੁਰੂ ਦਾ ਨਾਮ ਜਾਪ ਕਰਕੇ ਕਾਰੀ ਕੱਢ ਦਿੱਤੀ। ਆਪ ਗਇਓ ਸਰਮਾਹੀ। ਉਹ ਤੋਂ ਬਾਅਦ ਭਾਈ ਅਜਿੱਤਾ ਜਿਹੜਾ ਹੈ, ਨਾਲ ਜਿਹੜਾ ਮੰਦਿਰ ਹੈ, ਅੱਜ ਵੀ ਪਿਆਰਿਓ ਜਦੋਂ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਆ, ਇੱਕ ਪਾਸੇ ਮੰਦਿਰ ਦੇ ਸੱਜੇ ਪਾਸੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਪੁਰਾਣਾ ਮੰਦਿਰ ਸ਼ਿਵ ਜੀ ਦਾ ਹਾਲੇ ਵੀ ਉਹ ਮੌਜੂਦ ਹੈ। ਬਹੁਤ ਵੱਡਾ ਸਰੋਵਰ ਸੀ, ਹਾਲੇ ਤਾਂ ਥੋੜਾ ਕਹਿੰਦੇ ਛੋਟਾ ਹੋ ਗਿਆ, ਛੋਟਾ ਕਰ ਦਿੱਤਾ।
ਤੇ ਆਪ ਭਾਈ ਅਜਿੱਤਾ ਉਹ ਸਰੋਵਰ ਦੇ ਵਿੱਚ ਚੱਲ ਗਿਆ। ਤਹਿ ਪਰ ਲੈ ਨਿਜ ਚੀਰ ਡਸਾਇਓ, ਉਹਨੇ ਆਪਣਾ ਇੱਕ ਅੰਗੋਛਾ ਜਿਹੜਾ ਗਲ ਵਿੱਚ ਪਾਉਣ ਵਾਲਾ ਹਜੂਰੀਆ, ਉਹਨੇ ਉਹ ਅੰਗੋਛਾ ਕੱਢ ਕਰਕੇ ਪਾਣੀ ਦੇ ਉੱਤੇ ਪਾ ਦਿੱਤਾ, ਵਿਛਾ ਦਿੱਤਾ। ਭੀਜਿਓ ਤਾਰਕ ਨਾਹੀ, ਤੇ ਕਵੀ ਰਾਜੀ ਦੱਸਦੇ ਹਨ ਜਦੋਂ ਉਹ ਪਾ ਦਿੱਤਾ ਨਾ, ਉਹਦੀ ਇੱਕ ਵੀ ਤਾਰ, ਭਾਵ ਕਿ ਇੱਕ ਵੀ ਧਾਗਾ ਜਿਹੜਾ ਅੰਗੋਛੇ ਦਾ ਉਹ ਪਾਣੀ ਵਿੱਚ ਨਹੀਂ ਭਿੱਜਿਆ ਹੈ। ਤਾਹੇ ਅਰੂੜ ਹੋਇ ਕੈ ਬੈਠਾ, ਭਾਈ ਅਜਿੱਤਾ ਫਿਰ ਉਸ ਕੱਪੜੇ ਦੇ ਉੱਤੇ, ਤੇ ਵੇਖੋ ਪਿਆਰਿਓ ਇਹੀ ਤਾਂ ਗੁਰੂ ਦੀ ਕਿਰਪਾ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਦੀ ਜੇ ਕਿਰਪਾ ਹੋ ਜਾਵੇ ਤੇ ਸਾਰੀਆਂ ਕਰਾਮਾਤਾਂ ਪਿਆਰਿਓ ਘੜਦੀਆਂ ਹਨ। ਤੇ ਕਪੜਾ ਜਿਹੜਾ ਪਾਣੀ ਦੇ ਵਿੱਚ ਪਾਓ, ਤੇ ਜਦੋਂ ਤੱਕ ਕਪੜਾ ਸੁੱਕਾ ਰਵੇਗਾ ਠੀਕ ਹੈ। ਜਦੋਂ ਪਾਣੀ ਦੇ ਵਿੱਚ ਭਿੱਜ ਜਾਂਦਾ ਕਪੜਾ, ਖੁਦ ਬ ਖੁਦ ਪਾਣੀ ਦੇ ਵਿੱਚ ਡੁੱਬ ਜਾਂਦਾ। ਤੇ ਕਪੜਾ ਪਾਣੀ ਦੇ ਉੱਤੇ ਵਿਛਾ ਦਿੱਤਾ ਤੇ ਭਾਈ ਅਜਿੱਤਾ ਜੀ ਉਹਦੇ ਉੱਤੇ ਕੱਪੜੇ ਦੇ ਉੱਤੇ ਸਵਾਰ ਹੋ ਗਏ। ਕਾਰ ਕਰੈ ਇਮਸੂਈ, ਇਸ ਤਰ੍ਹਾਂ ਫਿਰ ਉਹਨਾਂ ਨੇ ਕੰਮ ਕਰਦਾ ਕੀਤਾ। ਮਰੇ ਬਿਹੰਗ ਸਰੋਵਰ ਮਹਿ ਬਹੁ, ਤੇ ਸਰੋਵਰ ਦੇ ਵਿੱਚ ਬਹੁਤ ਸਾਰੇ ਬਿਹੰਗਮ ਪੰਛੀ ਜਿਹੜੇ ਮਰ ਕਰਕੇ ਪਏ ਸਨ, ਕਿਉਂਕਿ ਆਪ ਨੂੰ ਪਤਾ ਹੋਵੇਗਾ ਗੁਰੂ ਨਾਨਕ ਸਨ। ਤੇ ਉਹਨਾਂ ਨੂੰ ਵੇਖ ਕਰਕੇ ਗਹਿਤ ਭਇਓ ਕਰ ਦੋਈ, ਤੇ ਭਾਈ ਅਜਿੱਤੇ ਨੇ ਉਹਨਾਂ ਪੰਛੀਆਂ ਨੂੰ ਸਰੋਵਰ ਦੇ ਵਿੱਚੋਂ ਦੋਵੇਂ ਹੱਥਾਂ ਦੇ ਨਾਲ ਕੱਢਣਾ ਕੀਤਾ। ਸਵਈਆ ਗਹਿ ਹਾਥ ਜਿਵਾਏ ਉਡਾਵਤ ਜਾ, ਤੇ ਉਹਨਾਂ ਨੂੰ ਹੱਥਾਂ ਦੇ ਨਾਲ ਫੜ ਕਰਕੇ ਐਨ ਇੱਕ ਦੋ ਵਾਰੀ ਹੱਥ ਫੇਰ ਦਿੰਦਾ, ਤੇ ਉਹਨੂੰ ਆਕਾਸ਼ ਦੇ ਵਿੱਚ ਜਦੋਂ ਸੁੱਟਦਾ ਨਾ, ਉਹ ਪੰਛੀ ਖੰਭਲਾ ਕਰਕੇ ਉੱਡ ਜਾਂਦੇ। ਵਿਖੇ ਬਹੁਤੇ ਨਰ ਤਾਹੇ ਤਮਾਸ਼ਾ, ਬਹੁਤ ਸਾਰੇ ਲੋਕਾਂ ਨੇ ਪਿਆਰਿਓ ਇਹ ਤਮਾਸ਼ਾ, ਇਹ ਕੌਂਤਕ ਆਪਣੀ ਅੱਖੀ ਦੇਖਣਾ ਕੀਤਾ, ਤੱਕਣਾ ਕੀਤਾ। ਇਤ ਸ੍ਰੀ ਗੁਰੂ ਜੋ ਢਿਗ ਕਾਰ ਕਰੀ, ਇਸ ਤਰ੍ਹਾਂ ਹੁਣ ਦੂਜੇ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਜੋ ਕਾਰੀ ਕਰਨੀ ਕੀਤੀ, ਲਕੀਰ ਖਿੱਚਣਾ ਕੀਤਾ। ਸਿੱਧ ਆਏ ਸਕੈ ਨਹਿ ਤਾਹੇ ਕੇ ਪਾਸ, ਇਹ ਜੋ ਸਿੱਧ ਹਨ ਬਹੁਤ, ਉਹਨਾਂ ਨੇ ਲੋਕਾਂ ਨੂੰ ਭੈ ਦਿਖਾਉਣਾ ਕੀਤਾ। ਧਰ ਦਾਰੁਨ ਰੂਪ ਫਿਰੈ ਚਹੁ ਪਾਸ, ਤਰ੍ਹਾਂ ਤਰ੍ਹਾਂ ਚੜਾਓ, ਜੇ ਮਾਇਆ ਲਿਆ ਕਰਕੇ ਸਾਨੂੰ ਨਹੀਂ ਚੜਾਓਗੇ ਅਸਾਂ ਤੁਹਾਨੂੰ ਮਾਰ ਦੇਣਾ ਹੈ, ਅਸਾਂ ਤੁਹਾਨੂੰ ਖਤਮ ਕਰ ਦੇਣਾ। ਇਹੀ ਤਾਂ ਪਿਆਰਿਓ ਗੱਲ ਹੈ। ਕਈ ਜਿਹੜੇ ਹਨ ਤੇ ਮਾਇਆ ਮੰਗਦੇ, ਬੇਸ਼ੱਕ ਆਪਣੀ ਪੂਜਾ ਕਰਾਉਂਦੇ, ਤੇ ਲੋਕਾਂ ਦੀ ਆਪਣੀ ਮਰਜ਼ੀ ਹੈ ਕਿ ਕੋਈ ਜਾ ਕਰਕੇ ਪੂਜਾ ਕਰੇ, ਕੋਈ ਕਿਸੇ ਨੂੰ ਜਾ ਕਰਕੇ ਮਾਇਆ ਚੜਾਵੇ ਜਾਂ ਨਾ ਚੜਾਵੇ। ਲੇਕਿਨ ਜਦੋਂ ਪਿਆਰਿਓ ਕੋਈ ਜ਼ਬਰਦਸਤੀ ਕਰਦਾ, ਲੋਕਾਂ ਨੂੰ ਡਰ ਦਿਖਾਉਂਦਾ ਕਿ ਭਾਈ ਮਾਇਆ ਲਿਆ ਕਰਕੇ ਮੈਨੂੰ ਚੜਾਓ, ਨਹੀਂ ਤਾਂ ਮੈਂ ਸ਼ਰਾਬ ਦੇ ਦੇਵਾਂਗਾ, ਤੁਹਾਨੂੰ ਗਰਕ ਕਰ ਦੇਵਾਂਗਾ, ਤੁਹਾਡਾ ਬੇੜਾ ਗਰਕ ਹੋ ਜਾਵੇਗਾ, ਤੁਸੀਂ ਦਲਿੱਦਰਤਾ ਦੇ ਵਿੱਚ ਫਸ ਜਾਓਗੇ। ਇਹ ਤਾਂ ਪਿਆਰਿਓ ਜ਼ਬਰਦਸਤੀ ਹੈ। ਮਹਾਰਾਜ ਜੀ ਨੇ ਕਿਹਾ ਨਾ, ਜੋਰੀ ਕੀ ਹੈ, ਜ਼ੁਲਮ ਹੈ। ਇਹ ਤਾਂ ਜੋਰੀ ਹੋ ਗਈ, ਇਹ ਤਾਂ ਜ਼ੁਲਮ ਹੋ ਗਿਆ। ਇਸ ਕਰਕੇ ਪਿਆਰਿਓ ਜਿਹੜਾ ਕੋਈ ਜ਼ਬਰੀ ਕਹਿੰਦਾ ਨਾ ਕਿ ਭਾਈ ਇੱਥੇ ਲਿਆ ਕਰਕੇ ਮਾਇਆ ਭੇਟ ਕਰੋ, ਜਾਂ ਇੱਥੇ ਸਾਡੇ ਕੋਲ ਆਓ, ਉੱਥੇ ਨਹੀਂ ਜਾਣਾ, ਇਹ ਨਹੀਂ। ਜ਼ਬਰਦਸਤੀ ਜਿੱਥੇ ਵੀ ਕੋਈ ਕਰਦਾ ਨਾ ਪਿਆਰਿਓ, ਉਹ ਫਿਰ ਜ਼ੁਲਮ ਹੈ, ਤੇ ਉਹ ਜ਼ੁਲਮ ਨੂੰ ਕਦੇ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਇਹ ਜ਼ਬਰਦਸਤੀ ਕਰਦੇ ਸਨ, ਲੋਕਾਂ ਨੂੰ ਡਰਾਉਣਾ। ਜੇ ਲੋਕੀ ਡਰ ਗਏ ਤਾਂ ਖੁਦ ਬਾ ਖੁਦ ਇਹਨਾਂ ਨੇ ਮਾਇਆ ਲਿਆ ਕਰਕੇ ਭੇਟ ਕਰਨੀ ਹੈ। ਪਛਤਾਏ ਬਿਸੂਰਤ ਹੈ ਉਰਮੈ, ਹੁਣ ਜੋਗੀ ਬਹੁਤ ਜ਼ਿਆਦਾ ਇਹਨਾਂ ਨੇ ਆਪਣਾ ਬਲ ਪ੍ਰਦਰਸ਼ਨ ਕਰਨਾ ਕੀਤਾ, ਲੇਕਿਨ ਪਹਿਲੇ ਤਾਂ ਲੋਕੀ ਡਰ ਗਏ ਸਨ। ਜਦੋਂ ਪਿਆਰਿਓ ਇਹਨਾਂ ਨੇ ਕਾਰੀ ਕਰਨੀ ਕੀਤੀ ਨਾ ਭਾਈ ਅਜਿੱਤੇ ਨੇ, ਉਸ ਤੋਂ ਬਾਅਦ ਇਹਨਾਂ ਦੀ ਕਰਾਮਾਤ ਬਾਰ-ਬਾਰ ਰਹਿ ਗਈ। ਹੁਣ ਲੋਕੀ ਭੈਭੀਤ ਨਹੀਂ ਹੁੰਦੇ ਹਨ, ਹੁਣ ਮਨ ਵਿੱਚ ਬੜਾ ਵਿਸੂਰਦੇ ਹਨ, ਝੂਰਦੇ ਹਨ। ਜਬ ਨਾਹਿ ਚਲਿਓ ਬਲ ਕੋ ਬਲ ਮਾਸਾ, ਇਹਨਾਂ ਨੇ ਬਲ ਤਾਂ ਪੂਰਾ ਲਾਉਣਾ ਕੀਤਾ, ਲੇਕਿਨ ਮਾਸਾ ਜਿਹਾ ਜਿਹੜਾ ਹੈ, ਮਾਸਾ ਮਤਲਬ ਇੱਕਦਮ ਥੋੜਾ ਜਿਹਾ, ਰੱਤੀ ਮਾਤਰ ਵੀ ਡਰ ਜਿਹੜਾ ਹੈ, ਸੰਗਤਾਂ ਨੇ ਇਹਨਾਂ ਦਾ ਨਹੀਂ ਮੰਨਣਾ ਕੀਤਾ। ਦੋਹਰਾ ਤਤ ਤਤ ਮੈਂ ਮਿਲ ਰਹੇ, ਸ਼੍ਰੀ ਨਾਨਕ ਤਹਿ ਥਾਇ। ਉਸ ਵੇਲੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਇੱਥੇ ਕਈ ਲਿਖਤਾਂ ਦੇ ਵਿੱਚ ਇਹ ਵੀ ਪਾਠ ਆਉਂਦਾ ਕਿ 2 ਘੜਕਾ ਟੂਸ਼ਨ ਰਹੇ, ਜਾਂ ਕੋ ਇੱਕ ਘਟ ਟੂਸ਼ਨ ਭਏ ਕਰਕੇ ਇਹ ਵੀ ਪਾਠ ਆਉਂਦਾ। ਇਹਦਾ ਮਤਲਬ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੋਈ ਬਚਨ ਨਹੀਂ ਕੀਤਾ। ਬੇਸ਼ੱਕ ਇਹਨਾਂ ਸਿੱਧਾਂ ਨੇ ਬਹੁਤ ਜ਼ਿਆਦੀਆਂ ਵਧੀਕੀਆਂ ਕੀਤੀਆਂ, ਬਹੁਤ ਨਜ਼ਾਰਾ ਤੱਕ ਰਹੇ ਹਨ,
ਵੇਖ ਰਹੇ ਹਨ। ਪਛਹਾਰੇ ਕਛੁ ਨਹਿ ਲਖੈ ਸ਼ਕਤ ਰਹੇ ਸਭ ਲਾਏ। ਇਸ ਤਰ੍ਹਾਂ ਪਛ ਕਰਕੇ ਜਦੋਂ ਪਲਚ ਕਰਕੇ ਹਾਰ ਗਏ, ਸ਼ਰਮਸ਼ਾਰ ਹੋ ਗਏ। ਜਦੋਂ ਪਿਆਰਿਓ ਤੁਸੀਂ ਕਿਹਦੇ ਉੱਤੇ ਜਿਸ ਤਰ੍ਹਾਂ ਇੱਕ ਆਪਾਂ ਕਹਾਵਤ ਬੋਲਦੇ ਆ ਕਿ ਜਦੋਂ ਹਾਥੀ ਚੱਲਦਾ ਨਾ, ਕਈ ਕੁੱਤੇ ਜਿਹੜੇ ਭੌਂਕੀ ਜਾਂਦੇ ਹਨ, ਲੇਕਿਨ ਕਦੇ ਵੇਖਿਆ ਕਿ ਕੁੱਤੇ ਤਾਂ ਬਹੁਤ ਮਗਰ ਲੱਗ ਜਾਂਦੇ, ਬਹੁਤ ਭੌਂਕਦੇ, ਲੇਕਿਨ ਹਾਥੀ ਪਿਆਰਿਓ ਭੌਂਕ ਕਰਕੇ ਵੀ ਨਹੀਂ ਤੱਕਦਾ। ਹਾਥੀ ਆਪਣੀ ਮਸਤ ਚਾਲ ਦੇ ਵਿੱਚ ਉਹ ਚੱਲਦਾ ਜਾਂਦਾ ਤੇ ਕੁੱਤੇ ਜਿਹੜੇ ਭੌਂਕ ਭੌਂਕ ਕਰਕੇ ਥੱਕ ਜਾਂਦੇ ਹਨ, ਚੁੱਪ ਹੋ ਜਾਂਦੇ। ਹਾਥੀ ਪਿਆਰਿਓ ਕੁੱਤੇ ਦੇ ਭੌਂਕਣ ਦੇ ਮਗਰ ਰੱਬ ਦੇ ਰੰਗ ਦੇ ਵਿੱਚ ਬੈਠੇ ਹੋਏ ਹਨ। ਇਹ ਪਲਚ ਪਲਚ ਕਰਕੇ ਹਾਰ ਗਏ, ਥੱਕ ਗਏ। ਸਤਿਗੁਰੂ ਮਹਾਰਾਜ ਉਸ ਤਰ੍ਹਾਂ ਹੀ ਅਡੋਲ ਬੈਠੇ ਰਹੇ। ਚੌਪਈ ਤਿਨ ਕੀ ਦਿਸ਼ ਦੇਖਿਓ ਗੁਰ ਜਬ ਹੀ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਬਾਅਦ ਵਿੱਚ ਉਹਨਾਂ ਦੀ ਦਿਸ਼ਾ ਵੱਲ ਤੱਕਣਾ ਕੀਤਾ, ਸਗਲੀ ਸ਼ਕਤ ਕਰਖ ਲਿਏ ਤਬ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਦੀ ਜੋ ਸਾਰੀ ਸ਼ਕਤੀ ਜਿਹੜੀ ਹੈ ਖਿੱਚ ਲੈਣੀ ਕਰਨੀ ਕੀਤੀ ਹੈ, ਭਾਵ ਕਿ ਉਹਨਾਂ ਨੂੰ ਆਕਰਖ ਕਰ ਲਿਆ, ਉਹਨਾਂ ਨੂੰ ਆਪਣੇ ਵੱਲ ਖਿੱਚ ਲਿਆ। ਜਿਉ ਕੋ ਨਿੰਬੂ ਲੇਹ ਨਿਚੋਰੀ। ਕਵੀ ਰਾਜ ਜੀ ਬਹੁਤ ਪਿਆਰਾ ਦ੍ਰਿਸ਼ਟਾਂਤ ਦਿੰਦੇ, ਜਿਸ ਤਰ੍ਹਾਂ ਕਿ ਰਸ ਦੇ ਨਾਲ ਨਿੰਬੂ ਭਰਿਆ ਹੋਇਆ ਹੁੰਦਾ। ਦੇਖੋ ਕਿੰਨਾ ਵੇਖਣ ਨੂੰ ਵੀ ਸੋਹਣਾ ਲੱਗਦਾ, ਬਹੁਤ ਵਧੀਆ ਲੱਗਦਾ, ਖੁਸ਼ਬੂ ਵੀ ਆਉਂਦੀ ਹੈ। ਲੇਕਿਨ ਉਹੀ ਨਿੰਬੂ ਦਾ ਇੱਕ ਵਾਰੀ ਚੰਗੀ ਤਰ੍ਹਾਂ ਉਹਨੂੰ ਮਸਲ ਕਰਕੇ ਉਹਦਾ ਰਸ ਨਿਚੋੜ ਦਿਓ, ਕਿਸ ਤਰ੍ਹਾਂ ਪਿਆਰਿਓ ਸਿਰਫ ਖੋਖਾ ਜਾ ਰਹਿ ਜਾਂਦਾ, ਖੋਲ ਜਾ ਰਹਿ ਜਾਂਦਾ, ਸਾਰਾ ਰਸ ਉਹਨਾਂ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਜੈਸੇ ਊਖ ਦੇ ਕਰ ਖੋਰੀ। ਜਿਸ ਤਰ੍ਹਾਂ ਕਿ ਦੂਜਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਊਖ ਦਾ ਮਤਲਬ ਕਿ ਗੰਨਾ ਜਿਹੜਾ ਹੁੰਦਾ, ਕਮਾਦ ਜੋ ਹੁੰਦੀ ਹੈ, ਕਮਾਦ ਵੀ ਦੇਖੋ ਕਿਸ ਤਰ੍ਹਾਂ ਰਸ ਦੇ ਨਾਲ ਭਰੀ ਹੋਈ ਹੁੰਦੀ, ਲੇਕਿਨ ਇੱਕ ਵਾਰੀ ਵੇਲਣੇ ਦੇ ਵਿੱਚ ਉਹਨੂੰ ਪਾ ਕਰਕੇ ਉਹਦਾ ਰਸ ਕੱਢ ਦਿਓ ਤੇ ਸਿਰਫ ਉਹਦਾ ਪਿਆਰਿਓ ਅਖੀਰ ਨੂੰ ਖੋਰੀ ਰਹਿ ਜਾਂਦੀ ਹੈ, ਉਹਦਾ ਗੂਦਾ ਰਹਿ ਜਾਂਦਾ, ਕੁਛ ਉਹਦੇ ਵਿੱਚ ਰਸ ਨਹੀਂ ਹੁੰਦਾ, ਇੱਕਦਮ ਉਹ ਖਾਲੀ ਹੋ ਜਾਂਦੇ ਹਨ। ਆਤੁਰ ਹਾਰ ਗਏ ਜਿਸ ਕਾ। ਇਸ ਤਰ੍ਹਾਂ ਲਿੰਬੂ ਝੂਣੀ ਹੋ ਕਰਕੇ ਆਪਣੀ ਸ਼ਕਤੀ ਤੋਂ ਖਾਲੀ ਹੋ ਕਰਕੇ ਜਦੋਂ ਬੈਠ ਗਏ ਤੇ ਹੱਥ ਜੋੜ ਕਰਕੇ ਹੁਣ ਨਿਮਰਤਾ ਦੇ ਵਿੱਚ ਨੀਵੀਆਂ ਪਾ ਕਰਕੇ ਬੈਠਣਾ ਕੀਤਾ। ਬੈਠੈ ਵੈ ਕੇ ਦੀਨ ਵਿਸਾਲਾ। ਜਿਸ ਤਰ੍ਹਾਂ ਕਿ ਦੀਨ ਦਾ ਮਤਲਬ ਕਿ ਭਿਖਾਰੀ ਬੰਦਾ ਕਿਸ ਤਰ੍ਹਾਂ ਪਿਆਰਿਓ ਨੀਵੀ ਪਾ ਕਰਕੇ ਬੈਠਿਆ ਹੋਇਆ ਰਹਿੰਦਾ, ਇਸ ਤਰ੍ਹਾਂ ਭਿਖਾਰੀਆਂ ਦੇ ਵੱਤ ਜਦੋਂ ਮਹਾਰਾਜ ਜੀ ਨੇ ਇਹਨਾਂ ਦੀ ਕਰਾਮਾਤ ਨੂੰ, ਇਹਨਾਂ ਦੀ ਸ਼ਕਤੀ ਨੂੰ ਖਿੱਚ ਲਿਆ, ਖਾਲੀ ਐ ਫੂਕ ਬਣ ਕਰਕੇ, ਜਿਸ ਤਰ੍ਹਾਂ ਕੋਈ ਗੁਬਾਰਾ ਜਦੋਂ ਬਹੁਤ ਜ਼ਿਆਦਾ ਫੂਲ ਜਾਂਦਾ, ਉਹਦੇ ਵਿੱਚੋਂ ਪਿਆਰਿਓ ਹਵਾ ਕੱਢ ਦਿਓ, ਕਿਸ ਤਰ੍ਹਾਂ ਇੱਕਦਮ ਠੁੱਸ ਹੋ ਜਾਂਦਾ, ਖਾਲੀ ਹੋ ਜਾਂਦਾ, ਇਸ ਤਰ੍ਹਾਂ ਖਾਲੀ ਹੋ ਕਰਕੇ ਬੈਠੇ ਹੋਏ ਹਨ। ਲੱਜਤ ਪਏ ਨਾ ਬੋਲਿਓ ਜਾਏ। ਸ਼ਰਮਸ਼ਾਰ ਹੋ ਗਏ ਸਤਿਗੁਰੂ ਮਹਾਰਾਜ ਜੀ ਦੇ ਅੱਗੇ, ਕੀ ਮੂੰਹ ਲੈ ਕਰਕੇ ਬੋਲਣਾ ਕਰੀਏ, ਭਾਵ ਕਿ ਕੋਈ ਬਚਨ ਅੱਗੇ ਨਹੀਂ ਆ ਰਿਹਾ ਹੈ। ਬਾਂਧੇ ਜਿਉ ਸ਼ਤਰੂ ਕਿਸ ਰਾਏ। ਜਿਸ ਤਰ੍ਹਾਂ ਕਿ ਅੱਗੇ ਕਵੀ ਰਾਜ ਜੀ ਦ੍ਰਿਸ਼ਟਾਂਤ ਦਿੰਦੇ ਕਿ ਰਾਜਾ ਉਹਦਾ ਵੈਰੀ ਉਹਨੂੰ ਬੰਨ ਕਰਕੇ ਛੱਡ ਦਵੇ ਤੇ ਰਾਜਾ ਕਿਸ ਤਰ੍ਹਾਂ ਚੁੱਪਚਾਪ ਹੋ ਕਰਕੇ ਬੈਠਿਆ ਰਹਿੰਦਾ। ਇਸ ਤਰ੍ਹਾਂ ਹੀ ਇਹ ਵੀ ਇੱਕ ਜ਼ਮਾਨੇ ਦੇ ਰਾਜੇ ਸਨ, ਬਹੁਤ ਜ਼ਿਆਦਾ ਕਰਾਮਾਤੀ ਸਨ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹਨਾਂ ਦੀ ਕਰਾਮਾਤ ਨੂੰ ਖਿੱਚ ਲੈਣਾ ਕੀਤਾ, ਲਿੰਬੂ ਝੂਣੀ ਹੋ ਕਰਕੇ ਬੈਠੇ ਹੋਏ। ਦੋਹਰਾ ਰੰਚ ਗਰਭ ਉਰ ਨਹਿ ਰਹਿਓ ਦ੍ਰਿਪ ਜਿਉ ਛੀਨੇ ਦੇਸ਼। ਮਨ ਦੇ ਵਿੱਚ ਰੰਚਕ ਮਾਤਰ ਵੀ ਗਰਮ ਨਹੀਂ ਰਿਹਾ ਹੈ। ਜਿਸ ਤਰ੍ਹਾਂ ਕੋਈ ਰਾਜੇ ਦਾ ਦੇਸ਼ ਕੋਈ ਜਾ ਕਰਕੇ ਛੀਨ ਲਵੇ, ਕਿਸ ਤਰ੍ਹਾਂ ਉਹ ਖਾਲੀ ਬਣ ਕੇ ਰਹਿੰਦਾ, ਇਸ ਤਰ੍ਹਾਂ ਇਹ ਖਾਲੀ ਹੋ ਕਰਕੇ ਰਹੇ। ਲੱਜਤ ਹੋਏ ਨਰਨ ਮੈਂ ਸਿੱਧਨ ਸੋ ਸਿੱਧੇਸ਼। ਸਾਰੇ ਲੋਕਾਂ ਦੇ ਵਿੱਚ ਇਹ ਜਿੰਨੇ ਵੀ ਸਿੱਧ ਸਨ ਤੇ ਸਿੱਧੇਸ਼, ਇਹਨਾਂ ਦਾ ਜੋ ਆਗੂ ਸੀ ਨਾ ਗੋਰਖਨਾਥ, ਇਹ ਸਾਰੇ ਜਿਹੜੇ ਲੱਜਤ ਸ਼ਰਮਸ਼ਾਰ ਹੋ ਕਰਕੇ ਨੀਵੀਆਂ ਪਾ ਕਰਕੇ ਬੈਠੇ ਹੋਏ ਹਨ। ਚੌਪਈ ਮੰਗਲ ਪ੍ਰਾਨਨਾਥ ਤੇ ਆ। ਫਿਰ ਬਾਅਦ ਦੇ ਵਿੱਚ ਭਾਈ ਮੰਗਲਨਾਥ ਤੇ ਭਾਈ ਪ੍ਰਾਨਨਾਥ, ਇਹ ਗੁਰੂ ਕੇ ਸਿੱਖ ਸਨ। ਬੇਸ਼ੱਕ ਜੋਗ ਮਤ ਨੂੰ ਇਹਨਾਂ ਨੇ ਧਾਰਨ ਕੀਤਾ ਹੋਇਆ, ਜੋਗੀ ਹਨ, ਲੇਕਿਨ ਗੁਰੂ ਕੇ ਚਰਨਾਂ ਦੇ ਇਹ ਭੌਰੇ ਇਹਨਾਂ ਨੇ ਆ ਕਰਕੇ ਸਭ ਕੇ ਹਿਰਦੇ ਪਇਓ ਅਹਲਾ। ਇਹਨਾਂ ਦੇ ਮਨ ਦੇ ਵਿੱਚ ਜੋ ਗੁਰੂ ਕੇ ਪਿਆਰੇ ਸਨ, ਭਾਵ ਕੇ ਜੋ ਗੁਰੂ ਕੇ ਵੈਰੀ ਸਨ, ਵੈਰ ਭਾਵਨਾ ਰੱਖਦੇ, ਉਹਨਾਂ ਦੇ ਪਿਆਰਿਓ ਖੇਮਿਆਂ ਦੇ ਵਿੱਚ ਮਾਤਮ ਛਾਇਆ ਹੋਇਆ।
ਜੋ ਗੁਰੂ ਘਰ ਦੇ ਸ਼ਰਧਾਲੂ ਸਨ ਉਹਨਾਂ ਨੂੰ ਆਨੰਦ ਚੜ ਗਿਆ, ਖੇੜੇ ਚੜ ਗਏ। ਕਹਿਓ ਹਮਾਰੋ ਮਾਨਿਓ ਨਾਹੀ। ਭਾਈ ਮੰਗਲਨਾਥ ਨੇ ਜਾ ਕਰਕੇ, ਪ੍ਰਾਨਨਾਥ ਨੇ ਜਾ ਕਰਕੇ ਸਿੱਧਾਂ ਨੂੰ ਸਮਝਾਇਆ ਕਿ ਸਿੱਧੋ ਮੂਰਖੋ, ਤੁਹਾਨੂੰ ਸਮਝ ਹੋਣੀ ਚਾਹੀਦੀ ਹੈ। ਤੁਹਾਨੂੰ ਬੜਾ ਸਮਝਾਇਆ, ਬੜਾ ਆਖੇ ਲਾਇਆ ਤੁਹਾਨੂੰ ਕਿ ਨਹੀਂ ਭਾਈ ਸਤਿਗੁਰੂ ਮਹਾਰਾਜ ਜੀ ਦੇ ਨਾਲ ਪੰਗਾ ਨਾ ਲੈਣਾ ਕਰੋ। ਫਿਰ ਵੀ ਸਾਡਾ ਕਿਹਾ ਤੁਸਾਂ ਨੇ ਮਨੌਤ ਰਹਿਣੀ ਸੀ, ਲੋਕਾਂ ਨੇ ਤੁਹਾਡੀ ਵੀ ਪੂਜਾ ਕਰਨੀ ਸੀ, ਲੇਕਿਨ ਤੁਸਾਂ ਨੇ ਮਹਾਰਾਜ ਜੀ ਦੇ ਨਾਲ ਮੱਥਾ ਲਾਇਆ, ਮਹਾਰਾਜ ਜੀ ਦੇ ਨਾਲ ਬਹਿਸਮਬਾਜ਼ੀ ਕੀਤੀ। ਹੁਣ ਕਈ ਵਾਰੀ ਤੁਸਾਂ ਨੇ ਮਹਾਰਾਜ ਜੀ ਦੇ ਨਾਲ ਚਰਚਾ ਕਰਨੀ ਕੀਤੀ, ਹਾਰ ਗਏ। ਹਾਰੇ ਵੀ ਤੁਹਾਨੂੰ ਮੱਤ ਤੁਹਾਡੀ ਟਿਕਾਣੇ ਨਹੀਂ ਆਈ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਸਿੱਧਨ ਚਰਚਾ ਵਰਣਨੰ ਨਾਮ 39ਵਾਂ ਅਧਿਆਇ। ਇੱਥੇ ਪਿਆਰਿਓ 39ਵਾਂ ਅਧਿਆਇ ਜਿਹਦੇ ਵਿੱਚ ਸਿੱਧਾਂ ਦੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਚਰਚਾ ਹੋਈ ਹੈ, ਇਹ ਅਧਿਆਇ ਦੀ ਸਮਾਪਤੀ ਹੈ ਤੇ ਅਗਲਾ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ ਜੀ। ਦੋਹਰਾ ਰੇ ਮਨ ਤਜ ਆਲਸ ਸਰਬ ਗਹ ਉਦਮ ਹਰ ਨਾਮ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇਤਿਹਾਸ ਦੀ ਆਰੰਭਤਾ ਤੋਂ ਪਹਿਲਾਂ ਉਹਨਾਂ ਨੇ ਮੰਗਲਾਚਰਨ ਕਰਨਾ ਕੀਤਾ ਤੇ ਇਸ ਮੰਗਲ ਦੇ ਵਿੱਚ ਨਾਮ ਦੀ ਮਹਾਤਮਤਾ ਜੋ ਹੈ ਉਹਨਾਂ ਨੇ ਉਚਾਰਨ ਕਰਦੀ ਕੀਤੀ ਤੇ ਆਪਣੇ ਮਨ ਨੂੰ ਸੰਬੋਧਨ ਕਰਕੇ ਉਚਾਰਨ ਕਰਦੇ ਹਨ, ਸਾਨੂੰ ਸਿੱਖਿਆ ਦਿੰਦੇ ਹਨ। ਰੇ ਮਨ ਤਜ ਆਲਸ ਸਰਬ, ਕਿ ਐ ਮਨਾ ਤੇਰੇ ਜਿੰਨੇ ਵੀ ਤੂੰ ਆਲਸ ਕਰਦਾ ਨਾ, ਇਸ ਆਲਸ ਨੂੰ ਛੱਡ ਕਰਕੇ, ਕਿਉਂਕਿ ਬੰਦਾ ਜਿਹੜਾ ਹੈ ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਕੋਈ ਗਲਤ ਕੰਮ ਕਰਨਾ, ਬੁਰਾ ਕੰਮ ਕਰਨਾ, ਆਪਾਂ ਸ਼ੇਰ ਬਣ ਕੇ ਖੜ ਜਾਂਦੇ ਆ, ਲੇਕਿਨ ਜਦੋਂ ਨਾਮ ਜਪਣ ਦੀ ਵੇਲਾ ਹੁੰਦੀ ਹੈ, ਜਦੋਂ ਸਿਮਰਨ ਕਰਨ ਦੀ, ਕੋਈ ਚੰਗਾ ਕੰਮ ਕਰਨ ਦਾ ਜਦੋਂ ਸਮਾਂ ਆਉਂਦਾ, ਆਪਾਂ ਆਲਸ ਕਰ ਦਿੰਦੇ ਆ, ਆਪਾਂ ਟਾਲ ਦਿੰਦੇ ਆ। ਤਾਂ ਹੀ ਤਾਂ ਕਬੀਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਕਿ ਕਬੀਰ ਤੇ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਈ ਤਾਲ, ਪਾਸ਼ੈ ਕਛੂ ਨਾ ਹੋਈ ਹੈ ਜੋ ਸਿਰ ਪਰ ਆਵੇ ਕਾਲ। ਜੇ ਭਾਈ ਤੂੰ ਚੰਗਾ ਕੰਮ ਕਰਨਾ ਚਾਹੁੰਦੋ ਤੇ ਕਲ ਦੇ ਉੱਤੇ ਨਾ ਟਾਲਣਾ ਕਰ। ਕਾਲ ਕਰੰਤਾ, ਜੋ ਆਪਾਂ ਕਹਿੰਦੇ ਨਾ ਚੰਗਾ ਕੰਮ ਕਰਨਾ, ਨਹੀਂ ਜੀ ਅੱਜ ਨਹੀਂ, ਆਪਾਂ ਕੱਲ ਕਰ ਲਈਏ, ਕੱਲ ਚਲੋ ਗੁਰਦੁਆਰੇ ਜਾਈਏ, ਜਾਂ ਕੱਲ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਈਏ, ਜਾਂ ਕੱਲ ਜਾ ਕਰਕੇ ਸੇਵਾ ਕਰ ਲਈਏ। ਤੇ ਕਬੀਰ ਸਾਹਿਬ ਜੀ ਕਹਿੰਦੇ ਕਿ ਭਾਈ ਕੱਲ ਕਦੇ ਵੀ ਨਹੀਂ ਆਉਂਦਾ, ਜਦੋਂ ਵੀ ਆਉਂਦਾ ਨਾ ਅੱਜ ਹੀ ਆਉਂਦਾ। ਕਦੇ ਵੇਖਿਆ ਕੱਲ ਆਇਆ? ਕੱਲ ਪਿਆਰਿਓ, ਕੱਲ ਨਾਮ ਕਾਲ ਕੋ ਜਾਣੋ। ਵਿਦਵਾਨਾਂ ਨੇ ਕਿਹਾ ਕਿ ਕੱਲ ਜਿਹੜਾ ਇਹ ਤਾਂ ਕਾਲ ਦਾ ਹੀ ਨਾਮ ਹੈ, ਜਿਹਨੇ ਕੱਲ ਦੇ ਉੱਤੇ ਟਾਲ ਦਿੱਤਾ, ਭਾਵੇਂ ਸਮਝ ਲਿਓ ਉਹ ਸਦਾ ਵਾਸਤੇ ਟਲ ਗਿਆ। ਇਸ ਕਰਕੇ ਜੇ ਚੰਗਾ ਕੰਮ ਕਰਨਾ, ਕਾਲ ਕਰੰਤਾ ਅਭੈ ਕਰ, ਉਹ ਕੱਲ ਦੇ ਉੱਤੇ ਨਾ ਸ਼ਰਨਾ ਕਰ, ਉਹਨੂੰ ਹੁਣੇ ਤੂੰ ਕਰਨਾ ਕਰ। ਅਬ ਕਰਤਾ ਸੋਈ ਤਾਲ, ਕਿ ਜੇ ਹੁਣ ਕਰਨਾ ਹੈ ਤੇ ਆਪਾਂ ਹੁਣ ਵੀ ਟਾਲ ਦਿੰਦੇ ਆ। ਆਪਾਂ ਕਹਿੰਦੇ ਜੀ ਕੋਈ ਨਹੀਂ ਹੈ, ਹੁਣੇ ਤਾਂ ਉੱਠੇ ਆ, ਚਲੋ ਦੁਪਹਿਰੇ ਨਿਤਨੇਮ ਕਰ ਲਈਏ, ਜਾਂ ਸ਼ਾਮਾਂ ਦੇ ਵੇਲੇ ਜਾ ਕਰਕੇ ਗੁਰੂ ਘਰ ਦੇ। ਨਹੀਂ ਪਿਆਰਿਓ, ਕਬੀਰ ਸਾਹਿਬ ਜੀ ਕਹਿੰਦੇ ਹਨ ਅਬ ਕਰਤਾ ਸੋਈ ਤਾਲ। ਜੇ ਆਪਾਂ ਅਬ ਕਰਨਾ ਕਹਿੰਦੇ ਨਾ, ਅੱਜ ਕਰਨਾ, ਉਹਨੂੰ ਅੱਜ ਦੇ ਉੱਤੇ ਵੀ ਨਾ ਛੱਡੋ, ਸੋਈ ਤਾਲ ਕੇ ਹੁਣੇ ਉਹਦੇ ਪਾਸੇ ਲੱਗ ਜਾਓ। ਪਾਸ਼ੇ ਕਛੂ ਨਾ ਹੋਈ ਆ ਜੋ ਸਿਰ ਪਰ ਆਵੇ ਕਾਲ। ਜਦੋਂ ਇੱਕ ਵਾਰੀ ਕਾਲ ਦਾ ਡੰਕਾ ਸਿਰ ਦੇ ਉੱਤੇ ਵੱਜ ਜਾਵੇ ਨਾ, ਫਿਰ ਪਿਆਰਿਓ ਫਿਰ ਬੰਦਾ ਕੁਛ ਵੀ ਨਹੀਂ ਕਰ ਸਕਦਾ। ਕਹਿੰਦੇ 5 ਪਾਂਡਵਾਂ ਦੀ ਇੱਕ ਕਥਾ ਆਉਂਦੀ ਹੈ, ਬੜੀ ਪਿਆਰੀ ਕਥਾ ਹੈ। 5 ਪਾਂਡਵ ਜਿਹੜੇ ਸਨ ਪਿਆਰਿਓ, ਜਦੋਂ ਇਹਨਾਂ ਨੂੰ ਵਨਵਾਸ ਦਿੱਤਾ ਗਿਆ ਸੀ, ਜਦੋਂ ਇਹ ਵਨਵਾਸ ਦੇ ਵਿੱਚ ਵਿਚਰ ਰਹੇ ਸਨ, ਕਹਿੰਦੇ ਇੱਕ ਭਿਖਾਰੀ ਜਿਹੜਾ, ਇੱਕ ਮੰਗਤਾ ਜਿਹੜਾ ਧਰਮਰਾਜ ਯੁਧਿਸ਼ਠਰ ਦੇ ਕੋਲ ਆਇਆ ਤੇ ਉਹਨੇ ਮੰਗ ਕਰਨੀ ਕੀਤੀ, ਕਿਹਾ ਕਿ ਮੈਨੂੰ ਕੁਝ ਦਾਨ ਦੇਣਾ ਕਰੋ। ਯੁਧਿਸ਼ਠਰ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਅੱਜ ਤਾਂ ਮੈਂ ਬਿਜ਼ੀ ਆ, ਅੱਜ ਤਾਂ ਕਿਸੇ ਕੰਮ ਦੇ ਵਿੱਚ ਆ, ਤੂੰ ਕੱਲ ਆ ਜਾ, ਤੂੰ ਕੱਲ ਆਵੇਗਾ ਤਾਂ ਮੈਂ ਤੈਨੂੰ ਦਾਨ ਕਰਨਾ ਹੈ। ਜਦੋਂ ਇਹ ਬਚਨ ਕਰਕੇ ਉਹਨੂੰ ਟਾਲ ਦਿੱਤਾ ਤੇ ਨਾਲ ਛੋਟਾ ਭਰਾ ਅਰਜੁਨ ਜਿਹੜਾ ਉਹਨੇ ਸੁਣ ਲਿਆ, ਉਹਨੇ ਪਿਆਰਿਓ ਤੁਰੰਤ ਜਿਹੜਾ ਇੱਕ ਢਿੰਡੋਰਾ ਲੈ ਕਰਕੇ ਉਹਨੇ ਢਿੰਡੋਰਾ ਪਿੱਟਣਾ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਲੋਕੋ, ਮੇਰਾ ਵੱਡਾ ਭਰਾ ਜਿਹੜਾ ਹੈ ਉਹਨੇ ਕਾਲ ਨੂੰ ਜਿੱਤ ਲਿਆ, ਉਹਨੇ ਕਾਲ ਨੂੰ ਜਿੱਤ ਲਿਆ। ਯੁਧਿਸ਼ਠਰ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ, ਯੁਧਿਸ਼ਠਰ ਨੇ ਜਾ ਕਰਕੇ ਕਿਹਾ ਕੀ ਗੱਲ ਹੈ ਭਾਈ, ਕਾਲ ਨੂੰ ਤਾਂ ਕੋਈ ਜਿੱਤ ਨਹੀਂ ਸਕਦਾ ਤੇ ਤੂੰ ਕਹਿੰਦਾ ਮੈਂ ਕਾਲ ਨੂੰ ਜਿੱਤ ਲਿਆ, ਇਹ ਕਿਸ ਤਰ੍ਹਾਂ ਹੋ ਸਕਦਾ?
ਤੁਸਾਂ ਨੇ ਕਹਿ ਦਿੱਤਾ ਨਾ ਅੱਜ ਨਹੀਂ ਭਾਈ ਤੈਨੂੰ ਕੱਲ ਦਾਨ ਦੇਣਾ ਹੈ, ਤੇ ਕੱਲ ਨਾਮ ਕਾਲ ਕੋ ਜਾਨੋ। ਕੱਲ ਦਾ ਮਤਲਬ ਕਿ ਕੱਲ ਫਿਰ ਕਦੇ ਨਹੀਂ ਆਉਂਦਾ, ਕੱਲ ਤਾਂ ਕਾਲ ਆਉਂਦਾ ਹੈ। ਤੇ ਇਹਦਾ ਮਤਲਬ ਕਿ ਤੁਸਾਂ ਨੇ ਕੱਲ ਦੇਣਾ, ਤੇ ਕੱਲ ਦਾ ਮਤਲਬ ਕਾਲ, ਤੇ ਤੁਸਾਂ ਨੇ ਕਾਲ ਨੂੰ ਜਿੱਤ ਲਿਆ। ਮੈਂ ਗਲਤ ਥੋੜੀ ਕਹਿੰਦਾ, ਮੈਂ ਤਾਂ ਸਹੀ ਬੋਲ ਰਿਹਾ। ਉਸੇ ਵੇਲੇ ਯੁਧਿਸ਼ਠਰ ਨੂੰ ਆਪਣੇ ਗਲਤੀ ਦਾ ਅਹਿਸਾਸ ਹੋ ਗਿਆ। ਤੁਰੰਤ ਪਿਆਰਿਓ ਜਾ ਕਰਕੇ ਜੋ ਉਹ ਮੰਗਦਾ ਸੀ ਨਾ, ਦਾਨ ਮੰਗਦਾ, ਉਹ ਲੈ ਕਰਕੇ ਉਹਦੇ ਮਗਰ ਗਏ, ਜਾ ਕਰਕੇ ਉਹਨੂੰ ਦਾਨ ਦੇ ਦਿੱਤਾ ਤੇ ਕਹਿ ਦਿੱਤਾ ਕਿ ਭਾਈ ਮੈਨੂੰ ਮਾਫ ਕਰਨਾ ਕਰ, ਮੈਨੇ ਕੱਲ ਦੇ ਉੱਤੇ ਤੈਨੂੰ ਟਾਲ ਦਿੱਤਾ, ਇਹ ਮੇਰੀ ਬਹੁਤ ਵੱਡੀ ਗਲਤੀ ਹੈ। ਭਾਵ ਕਿ ਕਹਿਣ ਦਾ ਕੀ ਮਤਲਬ ਹੈ ਕਿ ਕੱਲ ਜਿਹੜਾ ਹੈ, ਕੱਲ ਕਦੇ ਨਹੀਂ ਆਉਂਦਾ, ਕੱਲ ਤਾਂ ਕਾਲ ਹੀ ਆਉਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਜਦੋਂ ਕੋਈ ਚੰਗਿਆਈ ਦਾ ਕੰਮ ਕਰਨਾ ਤੇ ਆਪਾਂ ਆਲਕ ਕਰਦੇ ਆਂ, ਆਲਸ ਕਰਦੇ ਆਂ। ਬੁਰਿਆਈ ਹੋਵੇ ਸ਼ੇਰ, ਬੁਰਾ ਕੰਮ ਕਰਨਾ ਤੇ ਆਪਾਂ ਜਿਸ ਤਰ੍ਹਾਂ ਸ਼ੇਰ ਇੱਕਦਮ ਭਬੱਕੇ ਮਾਰ ਕਰਕੇ ਉੱਠਦਾ, ਇਸ ਤਰ੍ਹਾਂ ਆਪਾਂ ਸ਼ੇਰ ਦੇ ਵਾਂਗੂ ਕੰਮ ਕਰਦੇ। ਤੇ ਕਵੀ ਰਾਜ ਜੀ ਨੇ ਆਪਣੇ ਮਨ ਨੂੰ ਸੰਬੋਧਨ ਕਰਨਾ ਕੀਤਾ, ਰੇ ਮਨ ਤਜ ਆਲਸ ਸਰਬ, ਕੇ ਐ ਮਨਾ ਜੋ ਵੀ ਤੇਰੇ ਮਨ ਦੇ ਵਿੱਚ ਆਲਸ ਹੈ ਨਾ, ਉਹਦਾ ਤਿਆਗ ਕਰਨਾ ਕਰ। ਗਹੁ ਉਦਮ ਹਰ ਨਾਮ, ਮਹਾਰਾਜ ਜੀ ਨੇ ਕਿਹਾ ਨਾ, ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ ਰਸਨ ਵਖਾਣੀ। ਸਗਲ ਥਾਨ ਤੇ ਉਹ ਊਤਮ ਥਾਨ, ਨਾਨਕ ਜਹ ਘਟ ਵਸੈ ਹਰ ਨਾਮ। ਸਭ ਤੋਂ ਵੱਡਾ ਉਦਮ, ਸਭ ਤੋਂ ਭਲਾ ਉਦਮ ਕੀ ਹੈ? ਆਪਾਂ ਵੀ ਪਿਆਰਿਓ ਬਹੁਤ ਸਾਰੇ ਉਦਮ ਕਰਦੇ ਆਂ। ਉਦਮ ਤੋਂ ਬਗੈਰ ਪਿਆਰਿਓ ਕੋਈ ਕੰਮ ਨਹੀਂ ਹੋ ਸਕਦਾ। ਮਹਾਰਾਜ ਜੀ ਨੇ ਬਚਨ ਕੀਤਾ, ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਿ ਭਾਈ ਉਦਮ ਕਰੇਂਦਿਆਂ ਜੀਵ ਤੂੰ, ਜਦੋਂ ਤੱਕ ਐ ਜੀਵ ਤੂੰ ਉਦਮ ਨਹੀਂ ਕਰੇਗਾ, ਉਦੋਂ ਤੱਕ ਤੈਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਤੇ ਮਨ ਦੇ ਵਿੱਚ ਆਵੇਗਾ ਕਿਹੜਾ ਉਦਮ ਕਰਨਾ ਚਾਹੀਦਾ। ਹਰ ਪਾਸੇ ਪਿਆਰਿਓ ਕੋਈ ਵੀ ਚੰਗਾ ਕੰਮ ਕਰਨਾ ਆਪਾਂ ਨੂੰ ਉਦਮ ਕਰਨਾ ਪੈਂਦਾ। ਸੰਸਾਰੀ ਵੀ ਕੰਮ ਕਰ ਲਿਓ, ਵੇਖ ਲਓ। ਜੇ ਮੰਨ ਲਿਆ ਜਾਵੇ ਕਿ ਡਿਊਟੀ ਦਾ ਤੁਹਾਡਾ ਸਮਾਂ ਹੋ ਗਿਆ, ਤੁਸੀਂ ਆਲਸ ਕਰ ਦਿਓ, ਕਹਿ ਦਿਓ ਕੋਈ ਗੱਲ ਨਹੀਂ ਹੈ ਜੀ, ਲੇਟ ਜਾਵਾਂਗੇ, ਉਦਮ ਨਹੀਂ ਕਰੋਗੇ, ਆਲਸ ਕਰੋਗੇ, ਤੁਹਾਡੀ ਗੈਰ ਹਾਜ਼ਰੀ ਪੈ ਜਾਵੇਗੀ, ਤੁਸੀਂ ਡਿਊਟੀ ਤੋਂ ਬਰਖਾਸਤ ਹੋ ਸਕਦੇ। ਜੇ ਤੁਸੀਂ ਪਿਆਰਿਓ ਕਾਰੋਬਾਰ ਕਰਦੇ ਹੋ, ਦੁਕਾਨ ਕਰਦੇ ਹੋ, ਤੇ ਦੁਕਾਨ ਦੇ ਵਿੱਚ ਵੀ ਉਦਮ ਭਲਾ ਹੁੰਦਾ ਹੈ। ਜੇ ਆਲਸ ਕਰ ਦਿਓ, ਕਹਿ ਦਿਓ ਕੋਈ ਗੱਲ ਨਹੀਂ ਹੈ, ਦੁਪਹਿਰ ਦੇ ਬਾਅਦ ਜਾ ਕਰਕੇ ਦੁਕਾਨ ਖੋਲਾਂਗੇ, ਵੇਖਾਂਗੇ, ਤਾਂ ਪਿਆਰਿਓ ਕੋਈ ਗ੍ਰਾਹਕ ਤੁਹਾਡੇ ਕੋਲ ਨਹੀਂ ਆਵੇਗਾ। ਤੁਹਾਨੂੰ ਹਰ ਕੰਮ ਦੇ ਵਿੱਚ ਉਦਮ ਕਰਨਾ ਪੈਂਦਾ। ਮਹਾਰਾਜ ਨੂੰ ਜਦੋਂ ਆਪਾਂ ਪੁੱਛਦੇ ਹਾਂ, ਮਹਾਰਾਜ ਕਿਰਪਾ ਕਰੋ ਆਪ ਜੀ ਦੱਸੋ, ਸਾਰੇ ਉਦਮ ਤਾਂ ਠੀਕ ਹਨ, ਲੇਕਿਨ ਸਭ ਤੋਂ ਭਲਾ ਉਦਮ ਕਿਹੜਾ ਹੈ? ਮਹਾਰਾਜ ਜੀ ਨੇ ਬਚਨ ਕੀਤਾ ਕਿ ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਕਿ ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਦੇ ਹਾਂ, ਸੇਵਾ ਸਿਮਰਨ ਕਰਦੇ ਹਾਂ, ਇਹੀ ਪਿਆਰਿਓ ਸਭ ਤੋਂ ਵੱਡਾ ਭਲਾ ਉਦਮ ਹੈ। ਲੋਕ ਪਰਲੋਕ ਸਹਾਇ ਹੈ। ਇਹ ਜੋ ਪਰਮਾਤਮਾ ਦਾ ਨਾਮ, ਇਹ ਜੋ ਉਦਮ ਹੈ ਲੋਕ ਤੇ ਪਰਲੋਕ ਦੇ ਵਿੱਚ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਇਹ ਲੋਕ ਤੇ ਪਰਲੋਕ ਦੇ ਵਿੱਚ ਨਾਮ ਨੇ ਸਾਡੀ ਬਾਹੁੜੀ ਕਰਨੀ ਹੈ, ਸਾਡੀ ਸਹਾਇਤਾ ਕਰਨੀ ਹੈ। ਪੂਰਹਿ ਸਗਰੇ ਕਾਮ, ਸਾਰੇ ਕੰਮ ਵੀ ਜਿਹੜੇ ਹਨ ਨਾਮ ਜਪਣ ਦੇ ਨਾਲ, ਸਾਰੇ ਕੰਮ ਜਿਹੜੇ ਪੂਰੇ ਹੋ ਜਾਂਦੇ। ਸ੍ਰੀ ਬਾਲਾ ਸੰਧਰਵਾਚ। ਅਗਲੀ ਕਥਾ ਭਾਈ ਬਾਲਾ ਜੀ ਜੋ ਸੰਧੂ ਗੋਤ ਦੇ ਹਨ, ਉਚਾਰਨ ਕਰਦੇ। ਚੌਪਈ ਸੁਨੀਏ ਸ਼੍ਰੀ ਤੇਹਨ ਕੁਲਦੀਪਾ। ਹੱਥ ਜੋੜ ਕਰਕੇ ਬਚਨ ਕਰਦੇ, ਕਿਉਂਕਿ ਇਹ ਸਾਰੀ ਕਥਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਿਤਾ ਬਾਬਾ ਫੇਰੂ ਮਲ ਜੀ ਤੇ ਉਹਨਾਂ ਦੀ ਗੋਤ ਜਿਹੜੀ ਹੈ ਤ੍ਰੇਹਣਾ ਦੇ ਵਿੱਚੋਂ ਸਨ। ਤੇ ਹੁਣ ਬਚਨ ਕਰਨਾ ਕੀਤਾ ਕਿ ਸੁਣੀਏ ਸ਼੍ਰੀ ਤ੍ਰੇਹਣ ਕੁਲਦੀਪਾ, ਕਿ ਐ ਤ੍ਰੇਹਣ ਕੁਲ ਦੇ ਕੁਲਦੀਪ ਅੰਗਦ ਦੇਵ ਜੀ ਮਹਾਰਾਜ ਇਹ ਕਥਾ ਸਰਵਣ ਕਰਨਾ ਕਰੋ। ਸਿੱਧ ਬੈਠੇ ਸਭ ਗੁਰੂ ਸਮੀਪ। ਇਸ ਤਰ੍ਹਾਂ ਇਹ ਸਾਰੇ ਸਿੱਧ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਲਾਗੇ ਹੋਰ ਕਰਕੇ ਬੈਠੇ ਹੋਏ ਹਨ। ਜਹਾਂ ਅਜਿੱਤਾ ਕਲਾ ਦਿਖਾਵਤ। ਦੂਜੇ ਪਾਸੇ ਭਾਈ ਅਜਿੱਤਾ ਜਿੱਥੇ ਆਪਣੀ ਕਲਾ ਨੂੰ ਦਿਖਾ ਰਿਹਾ, ਕਰਾਮਾਤ ਨੂੰ ਦਿਖਾ ਰਿਹਾ ਹੈ।
ਮ੍ਰਿਤਕ ਬਿਹੰਗਨ ਕੋ ਜੀਵਾਵਤ। ਕਈ ਜਿਹੜੇ ਪੰਛੀ ਜਿਹੜੇ ਮਰੇ ਪਏ ਹੋਏ ਉਹਨਾਂ ਨੂੰ ਜਦੋਂ ਜੀਵਤ ਕਰ ਰਿਹਾ ਸੀ ਭਾਈ ਅਜਿੱਤਾ, ਰਿੰਦ ਲੋਕ ਤਹਿ ਪਿਖੈ ਤਮਾਸ਼ਾ। ਸਾਰੇ ਬਹੁਤ ਸਾਰੇ ਲੋਕ ਉਥੇ ਇਹ ਤਮਾਸ਼ਾ, ਇਹ ਕੌਤਕ ਭਾਈ ਅਜਿੱਤੇ ਦਾ ਜਦੋਂ ਤੱਕ ਰਹੇ ਸੀ। ਤਾਂ ਕੀ ਦੇਸ਼ ਦੇਖਿਓ ਸੁਖ ਰਾਸ। ਜਦੋਂ ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਅਜਿੱਤੇ ਦੇ ਵੱਲ ਤੱਕਣਾ ਕੀਤਾ, ਵੇਖਣਾ ਕੀਤਾ। ਬੂਝਨ ਹਿਤ ਪ੍ਰਭ ਬਚਨ ਉਚਾਰੇ। ਪੁੱਛਣ ਦੇ ਵਾਸਤੇ ਆਪਣੇ ਸੇਵਕਾਂ ਨੂੰ ਕਿ ਇਹ ਕੀ ਕੰਮ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ। ਕੋ ਹੈ ਇਹ ਜੋ ਮ੍ਰਿਤਕ ਜਿਵਾਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਇਹ ਕੌਣ ਹੈ ਜਿਹੜੇ ਮਰੇ ਹੋਏ ਪੰਛੀ ਜਿਹੜੇ ਸਰੋਵਰ ਦੇ ਵਿੱਚ ਪਏ ਹੋਏ ਉਹਨਾਂ ਨੂੰ ਫੜ ਫੜ ਕਰਕੇ ਆਕਾਸ਼ ਦੇ ਵਿੱਚ ਉਡਾਈ ਜਾ ਰਿਹਾ, ਇਹ ਕੌਣ ਹੈ। ਨੌਕਾ ਸੰਸਰ ਚੀਰ ਡਸਾਇਓ। ਜਿਹਨੇ ਫਿਰ ਚੀਰ ਕੱਪੜੇ ਨੂੰ ਜਿਹੜਾ ਨੌਕਾ ਬਣਾ ਕਰਕੇ ਉਹਦੇ ਉੱਤੇ ਸਵਾਰ ਹੋ ਗਿਆ, ਪਰ ਬੈਠ ਨਾ ਨੀਰ ਛੁਵਾਇਓ। ਉਹਦੇ ਉੱਤੇ ਬੈਠ ਗਿਆ ਤੇ ਉਹਨੂੰ ਪਾਣੀ ਰੱਤਾ ਮਾਤਰ ਸਪਰਸ਼ ਨਹੀਂ ਕਰ ਰਿਹਾ ਹੈ। ਕਰਾਮਾਤ ਕਰਕੇ ਦਿਖਰਾਵੇ। ਇਹ ਕੌਣ ਹੈ ਭਾਈ ਜਿਹੜਾ ਇੰਨੀ ਵੱਡੀ ਕਰਾਮਾਤ ਕਰਕੇ ਦਿਖਾ ਰਿਹਾ। ਲੋਕਨ ਮਹਿ ਨਿਜ ਮਾਨ ਵਧਾਵੇ। ਕਰਾਮਾਤ ਕਰਕੇ ਇਹ ਕੌਣ ਹੈ ਜਿਹੜਾ ਲੋਕਾਂ ਦੇ ਵਿੱਚ ਆਪਣੀ ਮਾਨਤਾ, ਆਪਣੀ ਪ੍ਰਸਿੱਧੀ ਜਿਹੜੀ ਹੈ ਵਧਾ ਰਿਹਾ ਹੈ। ਸਿੱਧ ਕਹਿਓ ਇਹੋ ਚੇਲਾ ਤੇਰਾ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਬਚਨ ਕੀਤਾ ਨਾ ਤੇ ਨਾਲ ਸਿੱਧ ਬੈਠੇ ਹੋਏ, ਐਨ ਹਾਰ ਕਰਕੇ ਥੱਕ ਕਰਕੇ ਨਿੰਬੂ ਝੂਣੀ ਹੋ ਕਰਕੇ ਬੈਠੇ ਹੋਏ, ਹੱਥ ਜੋੜ ਕਰਕੇ ਕਹਿੰਦੇ ਬਾਬਾ ਇਹ ਸਾਡਾ ਕੋਈ ਸਿੱਧ ਨਹੀਂ ਹੈ, ਇਹ ਤੇਰਾ ਚੇਲਾ ਹੈ, ਭਾਵ ਕਿ ਇਹ ਤੁਹਾਡਾ ਸਿੱਖ ਹੈ। ਅਬ ਕੇ ਸਮੇਂ ਨਾ ਕੋ ਅਨਹੇਰਾ। ਹੁਣ ਤਾਂ ਇਹ ਸਮੇਂ ਦੇ ਵਿੱਚ ਮਹਾਰਾਜ ਤੁਹਾਨੇ ਕਲਾ ਵਰਤਾ ਕਰਕੇ ਸਾਰੇ ਸਿੱਧਾਂ ਦੇ ਵਿੱਚੋਂ ਤਾਂ ਉਹਨਾਂ ਦੀ ਕਲਾ ਨੂੰ ਖਿੱਚ ਲੈਣਾ ਕੀਤਾ। ਹੁਣ ਸਾਰੇ ਸਿੱਧ ਜਿਸ ਤਰ੍ਹਾਂ ਕਵੀਰਾਜ ਜੀ ਨੇ ਬੜੇ ਪਿਆਰੇ ਦ੍ਰਿਸ਼ਟਾਂਤ ਦਿੱਤੇ, ਜਿਸ ਤਰ੍ਹਾਂ ਕਿ ਨਿੰਬੂ ਨੂੰ ਉਹਦੇ ਅੰਦਰ ਦਾ ਰਸ ਨਿਚੋੜ ਦਿਓ ਕਿਸ ਤਰ੍ਹਾਂ ਖਾਲੀ ਹੋ ਜਾਂਦਾ, ਗੰਨੇ ਦੇ ਅੰਦਰ ਦਾ ਰਸ ਨਿਚੋੜ ਦਿਓ ਕਿਸ ਤਰ੍ਹਾਂ ਪਿਆਰਿਓ ਉਹਦਾ ਖੋਖਾ ਰਹਿ ਜਾਂਦਾ ਹੈ, ਉਹਦੀ ਖੋਰੀ ਰਹਿ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਅਸੀਂ ਖਾਲੇ ਬੈਠੇ ਹੋਏ ਆ। ਗੁਬਾਰਾ ਜਿਹੜਾ ਹੁੰਦਾ ਨਾ, ਫੁੱਗਾ ਜਿਹਨੂੰ ਆਪਾਂ ਬੋਲਦੇ ਪਿਆਰਿਓ, ਹੁੰਦਾ ਬਹੁਤ ਜ਼ਿਆਦਾ ਨਿੱਕਾ, ਲੇਕਿਨ ਜਦੋਂ ਉਹਦੇ ਅੰਦਰ ਫੂਕ ਮਾਰੋ ਤੇ ਬਹੁਤ ਵੱਡਾ ਹੋ ਜਾਂਦਾ। ਲੇਕਿਨ ਇੱਕ ਵਾਰੀ ਉਹਦੇ ਵਿੱਚੋਂ ਫੂਕ ਕੱਢ ਦਿਓ ਫਿਰ ਪਿਆਰਿਓ ਉਹ ਉਨਾ ਜਾਂ ਉਨਾ ਰਹਿ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਆਪ ਜੀ ਨੇ ਤਾਂ ਗੁਬਾਰਿਆਂ ਦੇ ਵਿੱਚੋਂ ਜਿਸ ਤਰ੍ਹਾਂ ਫੂਕ ਕੱਢ ਦਿੰਦੇ, ਆਪ ਜੀ ਨੇ ਸਾਡੇ ਅੰਦਰੋਂ ਫੂਕ ਕੱਢ ਦਿੱਤੀ, ਭਾਵ ਕਿ ਕਰਾਮਾਤ ਨੂੰ ਕੱਢ ਦਿੱਤਾ। ਅਸੀਂ ਤਾਂ ਨਿਮਾਣੇ ਨਿਤਾਣੇ ਹੋ ਕਰਕੇ ਤੁਹਾਡੇ ਚਰਨਾਂ ਵਿੱਚ ਬੈਠੇ ਹੋਏ, ਇਹ ਸਾਡਾ ਕੋਈ ਬੰਦਾ ਨਹੀਂ ਹੈ, ਇਹ ਤੁਹਾਡਾ ਸਿੱਖ ਹੈ। ਕਰਾਮਾਤ ਇੱਕ ਸਦਨ ਤੁਮਾਰੇ। ਬਸ ਹੁਣ ਤਾਂ ਕਰਾਮਾਤ ਤੁਹਾਡੇ ਘਰ ਦੇ ਵਿੱਚ ਹੈ। ਜਿਉਂ ਚਾਹਤ ਤਿਉਂ ਦੇਹੁ ਦਿਖਾਰੇ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਜਾਂ ਤੁਹਾਡੇ ਸੇਵਕ ਚਾਹੁੰਦੇ ਹਨ ਉਸ ਤਰ੍ਹਾਂ ਉਹ ਦਿਖਾ ਸਕਦੇ। ਦੋਹਰਾ ਪਠਿਓ ਮਨੁਜ ਬੁਲਾਇਓ ਦੇਖਿਓ ਤਹਿ ਕੀ ਔਰ। ਸਤਿਗੁਰੂ ਮਹਾਰਾਜ ਜੀ ਨੇ ਵੇਖ ਕਰਕੇ ਇੱਕ ਮਨੁੱਖ ਨੂੰ ਭੇਜਿਆ ਕਿ ਜਾਓ ਭਾਈ ਉਹ ਜਿਹੜਾ ਸਿੱਖ ਜਿਹੜਾ ਉਹਨੂੰ ਬੁਲਾ ਕੇ ਲੈ ਕੇ ਆਓ। ਕਰਖ ਲਈ ਸਭ ਸ਼ਕਤ ਜੋ ਰਹਿ ਗਇਓ ਪਾਸ਼ਾ ਖੂ। ਸਤਿਗੁਰੂ ਮਹਾਰਾਜ ਜੀ ਨੇ ਭਾਈ ਅਜਿੱਤਾ ਜਿਹੜਾ ਹੈ, ਜਿਹਨੂੰ ਸ਼ਕਤੀ ਦਿੱਤੀ ਸੀ ਨਾ ਮਹਾਰਾਜ ਜੀ ਨੇ, ਭਾਈ ਅਜਿੱਤਾ ਬੈਠਿਆ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭਾਈ ਅਜਿੱਤਿਆ ਆ ਲੈ ਭਾਈ ਕਲਮ ਲੈ ਕਰਕੇ ਜਾਂ ਕੋਈ ਲੱਕੜ ਲੈ ਕਰਕੇ, ਪਤਾ ਨਹੀਂ ਉਹਦਾ ਜ਼ਿਕਰ ਤਾਂ ਨਹੀਂ ਆਇਆ। ਮਹਾਰਾਜ ਜੀ ਨੇ ਕਿਹਾ ਕਾਰੀ ਕੱਢਣਾ ਕਰ ਤੇ ਮੁਖੋਂ ਉਚਾਰਨ ਕਰਨਾ ਕਰ, ਵਾਹਿਗੁਰੂ 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 ਦਾ ਜਾਪ ਤੂੰ ਕਰਨਾ ਕਰ। ਤੇ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਪਿਆਰਿਓ ਉਹਦੇ ਅੰਦਰ ਇੰਨੀ ਕਰਾਮਾਤ ਆ ਗਈ, ਫਿਰ ਮਰਦਾ ਬਹੁਰ ਜਿਵਾਇਆ। ਉਹ ਸ਼ਕਤੀ ਦੇ ਨਾਲ ਜੋ ਮਰੇ ਹੋਏ, ਜੋ ਜ਼ਾਰੀ ਸ਼ਕਤੀ ਨੂੰ ਖਿੱਚ ਲੈਣਾ ਕੀਤਾ, ਹੁਣ ਉਹ ਵੀ ਜਿਹੜਾ ਇੱਕ ਖੋਰ ਬਣ ਕਰਕੇ ਰਹਿ ਗਿਆ। ਚੌਪਈ ਭਇਓ ਦੀਨ ਮਨ ਬੈਠਿਓ ਸੋਏ। ਹੁਣ ਭਾਈ ਅਜਿੱਤਾ ਵੀ ਆ ਗਿਆ, ਉਹ ਵੀ ਦੀਨ ਬਣ ਕਰਕੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਗਿਆ। ਮਨ ਮੁਰਝਾਨੋ ਸ਼ਕਤ ਹੈ ਖੋਏ। ਉਹਦੀ ਜਦੋਂ ਸ਼ਕਤੀ ਮਹਾਰਾਜ ਜੀ ਨੇ ਖਿੱਚ ਲਈ ਨਾ, ਮਨ ਕਰਕੇ ਭਾਈ ਅਜਿੱਤਾ ਵੀ ਪਿਆਰਿਓ ਮੁਰਝਾ ਗਿਆ ਹੈ। ਜਿਉਂ ਬਨੀਏ ਕੀ ਪੂੰਜੀ ਜਾਏ। ਜਿਸ ਤਰ੍ਹਾਂ ਕਿ ਕੋਈ ਬਾਣੀਆਂ ਹੁੰਦਾ ਨਾ, ਉਹਦੀ ਸਾਰੀ ਪੂੰਜੀ ਜਿਹੜੀ ਹੈ, ਬਾਣੀਆਂ ਦਾ ਮਤਲਬ ਕਿ ਵਪਾਰ ਕਰਨ ਵਾਲਾ, ਬਹੁਤ ਜ਼ਿਆਦੀ ਉਹਨੇ ਖੱਟੀ ਕਮਾਈ ਕੀਤੀ, ਅਖੀਰ ਨੂੰ ਉਹਦੀ ਸਾਰੀ ਸੰਪત્ਤੀ ਨੂੰ ਕੋਈ ਚੁਰਾ ਕੇ ਲੈ ਕੇ ਚਲ ਜਾਵੇ। ਜਿਸ ਤਰ੍ਹਾਂ ਬਾਣੀਆਂ ਉਦਾਸ ਬਣ ਕੇ ਬਹਿੰਦਾ। ਹੋਏ ਕਿਰਪਨ ਬਹੁ
ਪਛਤਾਏ। ਜਿਸ ਤਰ੍ਹਾਂ ਕਿ ਕਿਰਪਣ ਜਿਹੜਾ ਹੈ, ਕੰਜੂਸ ਬੰਦਾ ਜੋ ਮਾਇਆ ਨੂੰ ਸਾਂਭ ਕਰਕੇ ਰੱਖਦਾ, ਕੋਈ ਉਹਦੀ ਮਾਇਆ ਨੂੰ ਚੁਰਾ ਕੇ ਲੈ ਕੇ ਚਲ ਜਾਵੇ, ਕਿਰਪਣ ਬੰਦਾ ਕਿਸ ਤਰ੍ਹਾਂ ਉਦਾਸ ਹੋ ਜਾਂਦਾ, ਇਸ ਤਰ੍ਹਾਂ ਭਾਈ ਅਜਿੱਤਾ ਜਿਹੜਾ ਉਦਾਸ, ਐਨ ਉਦਾਸੀ ਨੂੰ ਧਾਰਨ ਕਰਕੇ, ਨਮੋਸ਼ੀ ਨੂੰ ਧਾਰਨ ਕਰਕੇ ਬੰਦਾ ਬੜੇ ਫੁੰਕਾਰੇ ਮਾਰਦਾ, ਤੇ ਜਿਨ੍ਹਾਂ ਦੇ ਕੋਲ ਬੋਝੇ ਦੇ ਵਿੱਚ ਪਿਆਰਿਓ 4 ਦਮੜੇ ਵੀ ਆ ਜਾਣ ਨਾ, ਤਾਂ ਜਿਹੜੇ ਉਹਦੀ ਲਾਲਚ ਲੱਗ ਜਾਵੇ ਨਾ, ਉਹ ਰੱਬ ਨੂੰ ਵੀ ਬਾਜ਼ਾਰਾਂ ਦੇ ਵਿੱਚ ਵੇਚਣ ਵਾਸਤੇ ਸੰਕੋਚ ਨਹੀਂ ਕਰਦੇ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਜੋ ਰੱਬ ਦੇ ਪਿਆਰੇ ਹੁੰਦੇ ਉਹ ਨਾਟਕ ਚੇਟਕ ਨਹੀਂ ਕਰਦੇ ਹਨ, ਉਹ ਆਨੰਦ ਦੇ ਵਿੱਚ ਰਹਿੰਦੇ। ਬੇਸ਼ੱਕ ਸ਼ਕਤੀ ਹੁੰਦੀ ਹੈ, ਸੰਸਾਰ ਨੂੰ ਉਲਟ ਕਰ ਸਕਦੇ, ਲੇਕਿਨ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦੇ। ਇਹੀ ਤਾਂ ਮਹਾਰਾਜ ਜੀ ਨੇ ਸਿੱਖੋ ਭਾਣਾ ਮੰਨੈ ਮੰਨੀਐ, ਖਸਮੈ ਕਾ ਜਿਸ ਭਾਣਾ ਭਾਵੈ। ਖਸਮ ਦਾ ਭਾਣਾ ਰਹੇ ਕੋਈ ਬਾਣੀ ਕੋਈ ਬਚਨ ਨਹੀਂ। ਦਰਸ਼ਨ ਨਰ ਨਾਰੀ ਚਹੁ ਫੇਰੇ, ਹੁਣ ਫਿਰ ਲੋਕਾਂ ਨੇ ਆ ਕਰਕੇ ਚੌਂ ਚਫੇਰਾ ਘੇਰਾ ਪਾ ਕਰਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇੱਕ ਤਿਖਾਨ ਆਇਓ ਤਿਸ ਬੇਰੇ। ਫਿਰ ਪਿਆਰਿਓ ਇਥੋਂ ਪ੍ਰਕਰਨ ਜਿਹੜਾ ਬਦਲ ਰਿਹਾ। ਇੱਕ ਤਰਖਾਣ ਜਿਹੜਾ ਹੈ, ਤਰਖਾਣ ਜਿਨ੍ਹਾਂ ਨੂੰ ਰਾਮਗੜੀਆ ਬੋਲਦੇ ਆ, ਤਰਖਾਣੀ ਦਾ ਕੰਮ ਕਰਨ ਵਾਲੇ, ਮੇਸਤਰੀ ਦਾ ਕੰਮ ਕਰਨ ਵਾਲੇ, ਉਹ ਤਰਖਾਣ ਵੀਰ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ। ਦਵਾਦਸ਼ ਬਰਖਨ ਕੋ ਸੁਤ ਸਾਥ, ਉਹਦਾ ਇੱਕ ਬੱਚਾ ਜਿਹੜਾ 12 ਸਾਲ ਦੀ ਉਹਦੀ ਆਰਬਲਾ, ਉਹਨੂੰ ਨਾਲ ਲੈ ਕੇ ਆਇਆ ਹੈ। ਬੰਦੇ ਚਰਨ ਕਮਲ ਜਗਨਾਥ, ਉਹ ਸਿੱਖ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨੇ ਬੰਦਨਾ ਕੀਤੀ, ਤੇ ਉਹਦੇ ਬੱਚੇ ਨੇ ਵੀ ਆ ਕਰਕੇ ਬੰਦਨਾ ਕੀਤੀ ਹੈ, ਮੱਥਾ ਟੇਕਣਾ ਕੀਤਾ। ਬਿਨੈ ਯੁਕਤ ਪੁਨ ਬਚਨ ਉਚਾਰੇ, ਬਿਨੈ ਯੁਕਤ ਬੇਨਤੀ ਦੇ ਸੰਯੁਕਤ, ਬੇਨਤੀ ਦੇ ਨਾਲ ਮਿਲੇ ਹੋਏ ਬਚਨਾਂ ਦੇ ਨਾਲ ਉਹਨੇ ਬੇਨਤੀ ਕੀਤੀ। ਏਕ ਤਾਤ ਪਾ ਸਦਨ ਹਮਾਰੇ, ਕਹਿੰਦਾ ਸਤਿਗੁਰੂ ਮਹਾਰਾਜ ਮੇਰੇ ਘਰ ਦੇ ਵਿੱਚ ਇੱਕੋ ਇੱਕ ਲੌਤਾ, ਇੱਕ ਜਿਹਨੂੰ ਆਪਾਂ ਆਪਣੀ ਬੋਲੀ ਵਿੱਚ ਬੋਲਦੇ ਨਾ ਕਿ ਇੱਕ ਲੌਤਾ ਇੱਕ ਇਹ ਬੱਚਾ ਹੈ ਮੇਰਾ। ਸਤ ਸੰਗਤ ਪ੍ਰਤਾਪ ਉਚੇਰਾ, ਸਿਰਫ ਮਹਾਰਾਜ ਆਪ ਜੀ ਦੀ ਜੋ ਸਤ ਸੰਗਤ ਹੈ, ਤੁਹਾਡੇ ਨਾਮ ਬਾਣੀ ਦਾ ਤਾਰਨਹਾਰ ਹਨ। ਪਿਆਰਿਓ ਉਹਨੇ ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ,
ਕਹਿੰਦਾ ਮੰਗਿਆ ਤੇ ਮਾ ਦੇਣਾ ਚਾਹੀਦਾ, ਬਚਨ ਨਹੀਂ ਕਰਨਾ ਚਾਹੀਦਾ ਕੋਈ ਵੀ। ਇਸ ਕਰਕੇ ਜੋ ਸਾਧੂ ਮਹਾਂਪੁਰਖ ਹੁੰਦੇ ਹਨ, ਸਿਆਣੇ ਹੁੰਦੇ, ਉਹ ਸਮਝਦਾਰ ਬਚਨ ਕਰਦੇ, ਅਰਦਾਸ ਕਰਦੇ। ਲੇਕਿਨ ਇੱਕ ਵਾਰੀ ਅਰਦਾਸ ਕਰ ਦਿੱਤੀ ਨਾ, ਫਿਰ ਪਿਆਰਿਓ ਅਰਦਾਸ ਤੋਂ ਪਿੱਛੇ ਨਹੀਂ ਹਟਦੇ ਹਨ। ਜਿਸ ਤਰ੍ਹਾਂ ਕਿ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ, ਉਹਨਾਂ ਦੇ ਵੇਲੇ ਪਿਆਰਿਓ ਕੀ ਹੋਇਆ, ਜਦੋਂ ਅਟਕ ਦਰਿਆ ਪਾਰ ਕਰਕੇ ਦर्रा ਖੈਬਰ ਨੇ ਫੌਜ ਅਕਾਲੀ ਫੂਲਾ ਕਾਲ ਤੱਕ ਉਹਨਾਂ ਨੇ ਅਰਦਾਸਾ ਸੋਧ ਲਿਆ। ਅਰਦਾਸਾ ਸੋਧ ਫਕਰ ਤੁਰ ਪਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਜਰਾ ਰੱਬ ਜੀ ਕਰੋ ਜੀ ਨੇ ਅੱਗੇ ਵੱਧ ਕਰਕੇ ਜੰਗ ਆਰੰਭ ਕਰ ਦਿੱਤੀ। ਬੇਸ਼ੱਕ ਪਿਆਰਿਓ ਉਹ ਜੰਗ ਦੇ ਵਿੱਚ ਆਪਣੇ ਜਥੇਦਾਰ ਸਾਹਿਬ ਜੀ ਸ਼ਹੀਦ ਹੋ ਗਏ, ਲੇਕਿਨ ਵੀ ਪਿਆਰਿਓ ਉਹਨਾਂ ਨੇ ਅਰਦਾਸ ਨੂੰ ਨਹੀਂ ਮੋੜਨਾ ਕੀਤਾ। ਭਾਵ ਕਿ ਜਦੋਂ ਬਚਨ ਕਰਦੇ ਆ, ਇਹਨੇ ਵੀ ਪਿਆਰਿਓ ਬਚਨ ਕਰ ਦਿੱਤਾ ਸੀ, ਅਰਦਾਸ ਕਰ ਦਿੱਤੀ ਸੀ ਕਿ ਮਹਾਰਾਜ ਬੱਚਾ ਬਚ ਗਿਆ ਤੇ ਤੁਹਾਨੂੰ ਚੜਾ ਦੇਵਾਂਗੇ। ਤੇ ਪਿਆਰਿਓ ਧੰਨ ਹੈ, ਕੌਣ ਵੇਖਣ ਵਾਲਾ ਸੀ? ਇਹ ਤਾਂ ਸ਼ਰਧਾ ਦੀ ਗੱਲ ਹੈ ਨਾ। 12 ਸਾਲ ਹੋ ਗਏ, 12 ਸਾਲ ਪਹਿਲੇ ਇਹਨੇ ਅਰਦਾਸ ਕੀਤੀ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਵੀ ਨਹੀਂ ਜਾਣਦਾ ਸੀ। ਦੇਖੋ ਉਹਨਾਂ ਜ਼ਮਾਨਿਆਂ ਦੇ ਵਿੱਚ ਅੱਜ ਵੀ ਹੈ ਪਿਆਰਿਓ, ਬਹੁਤ ਘੱਟ ਲੇਕਿਨ ਹੈ ਅੱਜ ਵੀ। ਤੇ ਕਿੰਨੀ ਜ਼ਿਆਦੀ ਇਮਾਨਦਾਰੀ ਹੁੰਦੀ ਸੀ, ਪਤਾ ਨਹੀਂ ਕਿਹੜੇ ਇਲਾਕੇ ਕਿਹੜੇ ਨਗਰ ਦੇ ਵਿੱਚ ਰਹਿਣ ਵਾਲਾ। ਮਨ ਹੀ ਮਨ ਉਹਨੇ ਬਚਨ ਕੀਤਾ, ਬੇਨਤੀ ਕੀਤੀ, ਮਹਾਰਾਜ ਬੱਚਾ ਬਚਦਾ ਨਹੀਂ ਹੈ, ਜੇ ਬਚ ਗਿਆ ਤੇ ਇਹ ਤੁਹਾਡੀ ਸ਼ਰਨ ਵਿੱਚ ਲਿਆ ਕਰਕੇ ਚੜਾ ਦੇਣਾ। ਕੌਣ ਵੇਖਣ ਵਾਲਾ ਸੀ? ਤੇ ਕਈ ਵਾਰੀ ਆਪਾਂ ਵੀ ਪਿਆਰਿਓ ਜਦੋਂ ਅਰਦਾਸ ਕਰਦੇ ਨਾ, ਬੇਨਤੀ ਕਰਦੇ ਆ, ਮੰਗਦੇ ਆ, ਜਦੋਂ ਕੋਈ ਕੰਮ ਅੜ ਜਾਵੇ ਆਪਾਂ ਕਹਿ ਦਿੰਦੇ ਆ ਮਹਾਰਾਜ ਕੰਮ ਪੂਰਾ ਕਰ ਦਿਓ, ਇੰਨੀ ਮਾਇਆ ਚੜਾਵਾਂਗਾ, ਇਹ ਕਰਾਂਗਾ। ਜਦੋਂ ਪਿਆਰਿਓ ਕੰਮ ਪੂਰਾ ਹੋ ਜਾਵੇ ਨਾ, ਆਪਾਂ ਬੇਈਮਾਨ ਬਣ ਜਾਂਦੇ ਆ, ਬੇਈਮਾਨ। ਇੱਕਦਮ ਆਪਾਂ ਕਹਿੰਦੇ ਜੀ ਕੌਣ ਵੇਖਣ ਵਾਲਾ ਹੈ। ਇੱਕ ਬਹੁਤ ਪਿਆਰਿਓ ਕਥਾ ਯਾਦ ਆਈ ਹੈ, ਕਿਉਂਕਿ ਸਮਾਂ ਵੀ ਸਮਾਪਤੀ ਦੇ ਵੱਲ ਹੀ ਜਾ ਰਿਹਾ। ਇੱਕ ਬੰਦਾ ਜਿਹੜਾ ਖਜੂਰ ਦੇ ਦਰਖਤ ਦੇ ਉੱਤੇ ਚੜ ਗਿਆ ਸੀ, ਤੇ ਜਦੋਂ ਉੱਥੇ ਚੜ ਗਿਆ, ਚੜ ਕਰਕੇ ਇੱਕਦਮ ਜਦੋਂ ਭੌਂ ਕੇ ਵੇਖਿਆ, ਥੱਲੇ ਵੇਖਿਆ, ਬਹੁਤ ਜ਼ਿਆਦਾ ਡਰ ਗਿਆ ਤੇ ਕਹਿੰਦਾ ਯਾ ਖੁਦਾ ਮੈਨੂੰ ਬਚਾ ਲੈ, ਜੇ ਮੈਂ ਬਚ ਗਿਆ ਨਾ 100 ਰੁਪਈਆ ਤੈਨੂੰ ਦਾਨ ਕਰਾਂਗਾ, ਮਸਜਿਦ ਵਿੱਚ ਆ ਕਰਕੇ ਚੜਾਵਾਂਗਾ। ਤੇ ਕਹਿ ਕਰਕੇ ਉਹਨੇ ਦੁਆ ਕਰਨੀ ਕੀਤੀ ਹੈ, ਰੱਬ ਦਾ ਆਸਰਾ ਲੈ ਕਰਕੇ ਜਦੋਂ ਹੌਲੀ ਹੌਲੀ ਉਤਰਨ ਲੱਗਾ, ਜਦੋਂ ਅੱਧ ਬਾਟੇ ਆ ਗਿਆ, ਅੱਧਾ ਦਰਖਤ ਪਾਰ ਕਰ ਲਿਆ, ਫਿਰ ਤੱਕਦਾ, ਕਹਿੰਦਾ ਯਾਰ ਅੱਧਾ ਦਰਖਤ ਤਾਂ ਹੋ ਗਿਆ ਪੂਰਾ, ਐਵੇਂ ਮੈਨੇ ਇੰਨੀ ਵੱਡੀ ਅਰਦਾਸ ਕਰ ਦਿੱਤੀ ਹੈ ਕਿ 100 ਦਮੜਾ ਦਵਾਂਗਾ, ਹੁਣ ਇਹਦੇ ਤਾਂ 20-50 ਦਮੜੇ ਦੇ ਨਾਲ ਵੀ ਚੱਲ ਸਕਦਾ ਸੀ। ਫਿਰ ਕਹਿੰਦਾ ਕੋਈ ਗੱਲ ਨਹੀਂ ਹੈ, ਖੁਦਾ ਤੇਰੇ ਘਰ ਵਿੱਚ ਘਾਟਾ ਥੋੜੀ ਹੈ, ਚੱਲ ਤੂੰ ਮੰਗਦਾ ਥੋੜੀ ਹੈ, ਮੈਂ 100 ਦੀ ਗੱਲ ਕੀਤੀ ਹੈ, ਕੋਈ ਗੱਲ ਨਹੀਂ ਹੈ, ਹੁਣ ਜੇ ਬਚ ਗਿਆ ਨਾ 50 ਦਮੜੇ ਦਵਾਂਗਾ। ਤੇ ਪਿਆਰਿਓ 50 ਦਮੜੇ ਦੀ ਇਹਨੇ ਸੁਖਨਾ ਸੁਖੀ। ਫਿਰ ਹੌਲੀ ਹੌਲੀ ਉਤਰਨ ਲੱਗਾ, ਇੱਕਦਮ ਜਦੋਂ ਦਰਖਤ ਦੇ ਐਨ ਲਾਗੇ, ਧਰਤੀ ਦੇ ਲਾਗੇ ਆ ਗਿਆ, ਫਿਰ ਜਦੋਂ ਭੌਂ ਕੇ ਵੇਖਦਾ, ਕਹਿੰਦਾ ਯਾਰ ਬਚੀ ਜਾਣਾ ਸੀ, ਐਵੇਂ 50 ਰੁਪਏ ਵੀ ਬਹੁਤ ਵਾਧੂ ਹੋ ਗਏ, ਇਹ ਤਾਂ ਰੁਪਈਏ ਦਾ ਵੀ ਕੰਮ ਨਹੀਂ ਸੀ। ਤੇ ਕਹਿੰਦਾ ਕੋਈ ਗੱਲ ਨਹੀਂ ਹੈ, ਰੱਬ ਜੀ ਤੇਰੇ ਘਰ ਦੇ ਵਿੱਚ ਘਾਟਾ ਥੋੜੀ ਹੈ, ਤੂੰ ਮੰਗਦਾ ਥੋੜੀ ਹੈ, ਤੂੰ ਤਾਂ ਦਾਨ ਦੇਣਾ। ਬੰਦਾ ਪਿਆਰਿਓ ਬੇਈਮਾਨ ਬੜਾ ਹੁੰਦਾ, ਚਲਾਕ ਬੜਾ ਹੁੰਦਾ। ਜਦੋਂ ਆਪਣੇ ਉੱਤੇ ਗੱਲ ਆਵੇ ਨਾ, ਬੰਦਾ ਬੜੀ ਚਲਾਕੀ ਵਰਤਦਾ। ਉਹਨੇ ਚਲਾਕੀ ਵਰਤੀ ਕਿਹਾ ਕਿ ਰੱਬ ਤੇਰੇ ਘਰ ਵਿੱਚ ਘਾਟਾ ਥੋੜੀ ਹੈ,
ਤੂੰ ਤਾਂ ਦੇਣ ਵਾਲਾ ਹੈ, ਅਸੀਂ ਲੈਣ ਵਾਲੇ ਆ। ਲੈਣ ਵਾਲਾ ਥੋੜੀ ਦੇਣ ਵਾਲੇ ਨੂੰ ਦੇ ਸਕਦਾ। ਤੇਰੇ ਤਾਂ ਭੰਡਾਰੇ ਭਰਪੂਰ ਹਨ, ਤੈਨੂੰ 50 ਦੀ ਵੀ ਲੋੜ ਨਹੀਂ ਹੈ। ਚੱਲ ਇੱਕ ਦਮੜਾ ਤੈਨੂੰ ਦਵਾਂਗਾ। ਇੱਕ ਦਾ ਕਰਾਰ ਕੀਤਾ, ਇੱਕਦਮ ਪਿਆਰਿਓ ਸਿਰ ਪਰਨੇ ਪਾਰ ਧਰਤੀ ਤੇ ਗਿਰ ਗਿਆ, ਹੱਡੀ ਟੁੱਟ ਗਈ ਤੇ ਕਹਿੰਦਾ ਕਿ ਐ ਰੱਬਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਤੂੰ ਤਾਂ ਮਜ਼ਾਕ ਵੀ ਨਹੀਂ ਸਮਝ। ਇਹੋ ਜਿਹਾ ਬੰਦੇ ਦੀ ਹਾਲਾਤ ਹੁੰਦੀ ਹੈ। ਜਦੋਂ ਕੰਮ ਨਿਕਲ ਗਿਆ ਤੇ ਆਪਾਂ ਸਭ ਮੁੱਕਰ ਜਾਂਦੇ ਆ, ਤੇ ਜਦੋਂ ਕੰਮ ਰਹਿ ਜਾਵੇ ਤੇ ਇਹੀ ਤਾਂ ਅੱਜ ਬੜੇ ਚਲਾਕ ਲੋਕ ਹੁੰਦੇ। ਲੇਕਿਨ ਪਿਆਰਿਓ ਇਥੋਂ ਇਤਿਹਾਸ ਦੀ ਜਦੋਂ ਆਪਾਂ ਸਿੱਖਿਆ, ਇਤਿਹਾਸ ਪੜ੍ਹਦੇ ਆ, ਕਥਾ ਸੁਣਦੇ ਆ, ਇਹ ਤੋਂ ਸਾਨੂੰ ਸਿੱਖਿਆ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਇਹਨੇ ਪਿਆਰਿਓ ਬਚਨ ਕੀਤਾ ਸੀ ਤੇ ਉਹ ਬਚਨ ਭੁਗਤਾਉਣ ਦੇ ਵਾਸਤੇ ਆਪ ਆਪਣੇ ਬੱਚੇ ਨੂੰ ਲੈ ਕੇ ਆਇਆ ਚੱਲ ਕੇ। ਤੁਮਨੇ ਦੀਨੋ ਬਹੁਰ ਜੀ ਬਾਬਾ, ਕਹਿੰਦਾ ਸਤਿਗੁਰੂ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮੈਨੇ ਸੁਖਨਾ ਸੁਖੀ ਕੀਤੀ ਸੀ ਤੇ ਉਹ ਬੱਚਾ ਮੇਰਾ ਜੀਵਤ ਰਹਿ ਗਿਆ। ਅੱਜ ਇਹ ਕਾਕਾ 12 ਸਾਲ ਦਾ ਹੋ ਗਿਆ। ਸਤਿਗੁਰੂ ਮਹਾਰਾਜ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਤਾਂ ਤੇਰੀ ਅਮਾਨਤ ਹੈ ਸਤਿਗੁਰੂ ਮਹਾਰਾਜ, ਅੱਜ ਦਿੱਤੀ ਕੱਲ ਦਿੱਤੀ ਹੈ। ਮੈਨੂੰ ਹੁਣ ਪਤਾ ਚੱਲਿਆ ਕਿ ਆਪ ਜੀ ਇੱਥੇ ਆਏ ਹੋ ਤਾਂ ਮਹਾਰਾਜ ਇਹ ਇੱਕੋ ਇੱਕ ਪਿਆਰਿਓ 2-4 ਹੋਣਗੇ। ਕਿੰਨਾ ਪਿਆਰਿਓ ਉਹ ਵਡਭਾਗਾ ਹੈ, ਕਿੰਨਾ ਉਹ ਬਚਨਾਂ ਦਾ ਸੂਰਾ ਹੈ। ਕਹਿੰਦਾ ਸਤਿਗੁਰੂ ਮਹਾਰਾਜ ਇੱਕੋ ਇੱਕ ਜੋ ਬੱਚਾ ਇਹ ਤੁਹਾਡੀ ਭੇਟ ਚੜਾਉਣ ਵਾਸਤੇ ਲੈ ਕੇ ਆਇਆ, ਇਹਨੂੰ ਅੰਗੀਕਾਰ ਕਰੋ। ਅੱਗੇ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ। ਕੱਲ ਦੇ ਦੀਵਾਨ ਦੇ ਵਿੱਚ ਇਸ ਸੰਬੰਧ ਦੇ ਵਿੱਚ ਆਪਾਂ ਨੇ ਖੁੱਲ੍ਹ ਕੇ ਵਿਚਾਰਾਂ ਕਰਨੀਆਂ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਫਿਰ ਪਿਆਰਿਓ ਦੁਬਾਰਾ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਵੱਲੋਂ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਆਰੰਭਤਾ ਹੋ ਚੁੱਕੀ ਹੈ। ਮਾਤਾ ਗੁਜਰੀ ਜੀ ਕੰਪਲੈਕਸ ਦੇ ਵਿੱਚ ਬਹੁ ਮੰਜ਼ਿਲਾ ਇਮਾਰਤ ਬਣਾਈ ਜਾਵੇਗੀ। ਬਹੁਤ ਸਾਰੇ ਕਮਰੇ ਜੋ ਹਨ 650 ਦੇ ਕਰੀਬ ਕਮਰੇ, ਆਲੀਸ਼ਾਨ ਕਮਰੇ ਬਣਾਏ ਜਾਣਗੇ। ਇੱਕ ਕਮਰੇ ਦੀ ਭੇਟਾ 15 ਲੱਖ ਰੁਪਈਆ ਹੈ। ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਵਿਕਾਸ ਦੇ ਕਾਰਜਾਂ ਦੇ ਵਿੱਚ ਨਾਲ ਬਹੁਤ ਵੱਡਾ ਆਲੀਸ਼ਾਨ ਸਕੂਲ 40 ਕਰੋੜ ਦੀ ਮਾਇਆ ਖਰਚ ਕਰਕੇ ਬਣਾਇਆ ਜਾਵੇਗਾ। ਇਹਦੇ ਵਿੱਚ ਵੀ ਆਪਣੀ ਸੇਵਾ, ਆਪਣਾ ਯੋਗਦਾਨ ਪ੍ਰਾਪਤ ਕਰਕੇ ਦਸਵੰਧ ਦੀ ਮਾਇਆ ਚੜਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਦਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ
ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਵਾਹੂ ਵਾਹੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੂ ਵਾਹੂ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ ਵਾਹੂ ਵਾਹੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦਵਾਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।